ਸੋ ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪ ਆਲ ਗੁੱਡ ਕਿਵੇਂ ਹੋ ਤੁਸੀਂ ਸਾਰੇ ਲੋਕ ਮੈਂਬਰਸ ਐਂਡ ਨਾਨ ਮੈਂਬਰਸ ਆਫ WSCC ਮੇਰੀ ਤਰਫੋਂ ਜਿਹੜਾ ਹੈ ਸਤਿ ਸ਼੍ਰੀ ਅਕਾਲ ਐਂਡ ਮੈਂ ਸੰਨੀਤ ਕੌਰ ਡਿਪਟੀ ਡਾਇਰੈਕਟਰ ਵਿਮਨ ਐਂਟਰਪ੍ਰੀਨਿਓਰ ਵਿੰਗ ਜਿਹੜਾ ਹੈ WSCC ਦੀ ਐਂਡ ਬਿਜ਼ਨਸ ਕੋਚ ਬਾਈ ਪ੍ਰੋਫੈਸ਼ਨ ਜਿਹੜਾ ਸਾਰਿਆਂ ਨੂੰ ਜਿਹੜੇ ਮੈਂਬਰਸ ਹੈਗੇ ਨੇ ਨਾਨ ਮੈਂਬਰਸ ਹੈਗੇ ਨੇ ਵੈਲਕਮ ਕਰਨੀ ਆ ਐਂਡ ਸਪੈਸ਼ਲੀ ਜਿਹੜਾ ਹੈ ਆਥਰ ਸ਼ੈਰੀ ਜੀ ਨੂੰ ਜੋ ਕਿ ਅੱਜ ਸਾਡੇ ਜਿਹੜੇ ਹੈਗੇ ਨੇ ਗੈਸਟ ਹੈਗੇ ਨੇ ਸਾਡੇ ਪੋਡਕਾਸਟ ਵਿੱਚ ਸਿੱਖ ਲਾਈਵ ਟਾਕ ਤੇ ਆਥਰ ਸ਼ੈਰੀ ਜੀ ਕਿਵੇਂ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਵਧੀਆ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਹੇਅਰ ਥੈਂਕ ਯੂ WSCC ਫॉर creating this very meaningful great platform good है जी नहीं we are also very happy I am also very happy and excited actually ਕਿ ਤੁਹਾਡਾ ਜਿਹੜਾ ਹੈ ਇੰਟਰਵਿਊ ਲੈਣ ਦਾ ਪੋਡਕਾਸਟ ਤੇ ਤੁਹਾਨੂੰ ਆਉਣ ਦਾ ਜਿਹੜਾ ਹੈ ਤੁਹਾਡੇ ਸਾਹਮਣੇ ਅਸੀਂ ਦੋਨੋਂ ਬੈਠੇ ਹਾਂ ਹੈ ਨਾ ਤੇ ਉਹੀ ਚੀਜ਼ ਹੈ ਸੋ ਬਿਫੋਰ ਆਈ ਸਟਾਰਟ ਆਈ ਵੁੱਡ ਲਾਈਕ ਟੂ ਟੇਕ 2 ਮਿੰਟਸ ਹੈ ਨਾ ਸਭ ਤੋਂ ਪਹਿਲੇ ਜਿਹੜਾ ਹੈ ਆਥਰ ਸ਼ੈਰੀ ਜੀ ਨਾਲ ਤੇ ਅਸੀਂ ਅੱਧਾ ਘੰਟਾ ਕਾਫੀ ਸਾਰੀ ਡਿਸਕਸ਼ਨਸ ਕਰਨੀਆਂ ਕਾਫੀ ਸਾਰੀ ਗੱਲਾਂ ਕਰਨੀਆਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਬਹੁਤ ਕੁਝ ਸਮਝਣਾ ਹੈ ਉਹਨਾਂ ਦੀ ਜਿਹੜੇ ਸਕਿੱਲਸ ਹੈਗੇ ਨੇ ਉਹਨਾਂ ਦੀ ਜਿਹੜੀ ਐਕਸਪਰਟੀਜ਼ ਹੈਗੀ ਜਿਹੜਾ ਉਹਨਾਂ ਦਾ ਬਿਜ਼ਨਸ ਹੈਗਾ ਹੈ ਨਾ ਜੋ ਉਹ ਵੈਲਿਊ ਦੇ ਰਹੇ ਨੇ ਹੈਗੇ ਨੇ ਸੋਸਾਇਟੀ ਵਿੱਚ ਉਸ ਸਾਰੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਬਹੁਤ ਕੁਝ ਸਮਝਣਾ ਹੈਗਾ ਔਰ ਸਿੱਖਣਾ ਹੈ ਸਾਡੀ ਆਡੀਅנס ਸੇ ਵੀ ਬਟ ਬਿਫੋਰ ਦੈਟ ਅਸੀਂ ਮੈਂ 1 ਮਿੰਟ ਲਵਾਂਗੀ so that those who don't know about WSCC they should know something about that so World Sikh Chamber of Commerce WSCC is World Sikh Chamber of Commerce ਜਿਹੜਾ ਹੈ ਇੱਕ ਨਾਨ ਪ੍ਰੋਫਿਟ ਸਿੱਖ ਨੈਟਵਰਕਿੰਗ ਪਲੇਟਫਾਰਮ ਹੈ ਜਿਹਦੇ ਵਿੱਚ ਸਿੱਖ ਬਿਜ਼ਨਸ ਓਨਰਸ ਪ੍ਰੋਫੈਸ਼ਨਲਸ ਐਂਟਰਪ੍ਰੀਨਿਓਰਸ ਸਟਾਰਟਅਪ ਜਿਹੜੇ ਹੈਗੇ ਨੇ ਮੈਂਬਰਸ ਹੈਗੇ ਨੇ ਔਰ ਐਦਾ ਹੀ ਇੱਕ ਜਿਹੜਾ ਹੈ ਵਰਟੀਕਲ ਹੈ WSCC ਫਾਊਂਡੇਸ਼ਨ which is for women entrepreneurship ਦੇ ਬਾਰੇ ਅਸੀਂ ਗੱਲ ਕਰਨੀ ਆ ਉਹਦੇ ਵਿੱਚ ਅਗਰ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਏ ਸਲੋਗਨ ਦੀ ਤੇ ਪੜ੍ਹਾਈ ਦਵਾਈ ਕਮਾਈ ਦੇ ਬਾਰੇ ਜਿਹੜਾ ਹੈ ਕੰਮ ਕੀਤਾ ਜਾ ਰਿਹਾ ਕਾਫੀ ਜੋਰਾਂ ਸ਼ੋਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ ਸੋ ਇਹ ਅੱਜ ਜਿਹੜੇ ਮੈਂ ਪੋਡਕਾਸਟ ਦੀ ਗੱਲ ਕਰ ਰਹੀ ਹਾਂ ਸਿੱਖ ਲਾਈਫ ਟਾਕ ਜਿਹੜਾ ਹੈ ਪੋਡਕਾਸਟ ਹੈ ਜਿਹਦੇ ਜਿਹੜਾ ਹੈ ਆਥਰ ਸ਼ੈਰੀ ਜੀ ਅੱਜ ਸਾਡੇ ਜਿਹੜੇ ਗੈਸਟ ਹੈਗੇ ਨੇ ਉਹ ਕਿਉਂ ਮਤਲਬ ਇੱਕ ਪੋਡਕਾਸਟ ਕਿਉਂ ਵਾਈ ਸਿੱਖ ਲਾਈਫ ਟਾਕ ਵਾਟ ਇਜ਼ ਦ ਨੀਡ ਆਫ ਹੈਵਿੰਗ ਦਿਸ ਪੋਡਕਾਸਟ ਇਹ ਬੜਾ ਜ਼ਰੂਰੀ ਹੈ ਸਮਝਣਾ ਕਿਉਂਕਿ ਜਿਹੜਾ ਹੈ ਸਭ ਤੋਂ ਪਹਿਲੇ ਜਿਹੜਾ ਹੈ ਸਾਨੂੰ ਸਮਝਣਾ ਹੈ ਕਿ ਆਪਣੇ ਗੈਸਟ ਦਾ ਨੋ ਹਰ ਪਰਸਨ ਦਾ ਹਰ ਇੱਕ ਪਰਸਨ ਜਿਹੜਾ ਹੁੰਦਾ ਹੈ ਉਹਦੀ ਲਾਈਫ ਵਿੱਚ ਆਪਣੀ ਕੁਝ ਸਟਰੈਂਥ ਹੁੰਦੀਆਂ ਨੇ ਵੀਕਨੈਸਸ ਹੁੰਦੀਆਂ ਨੇ ਉਹਦੇ ਆਪਣੇ ਕੁਝ ਚੈਲੰਜਸ ਹੁੰਦੇ ਨੇ ਕੁਝ ਅਚੀਵਮੈਂਟਸ ਹੁੰਦੇ ਨੇ ਸੋ ਨਾਓ ਦ ਕੁਐਸਚਨ ਇਜ਼ ਵਾਟ ਵੀ ਕੈਨ ਲਰਨ ਫਰਮ ਆਲ ਦੋਜ਼ ਥਿੰਗਸ ਅਸੀਂ ਅੱਜ ਇਹਨਾਂ ਚੀਜ਼ਾਂ ਤੋਂ ਸਭ ਕਿਵੇਂ ਸਿੱਖਾਂਗੇ ਉਹ ਸਭ ਤੋਂ ਪਹਿਲਾ ਕੁਐਸਚਨ ਹੈ ਐਂਡ ਸੈਕੰਡ ਥਿੰਗ ਇਜ਼ ਆਪਣੇ ਮੈਂਬਰਸ ਨੂੰ ਨੋ ਸਾਡੇ WSCC ਦੇ ਮੈਂਬਰਸ ਨੂੰ ਅਸੀਂ ਕਿਵੇਂ ਪ੍ਰਮੋਟ ਕਰ ਸਕਣਾ ਦੈਟ ਇਜ਼ ਆਲਸੋ ਵਨ ਥਿੰਗ ਬਟ ਜਿਹੜੇ ਸਾਡੇ ਗੈਸਟ ਹੈਗੇ ਨੇ ਉਹਨਾਂ ਨੂੰ ਕੋਈ ਖਾਸ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਸੋ ਓਵਰ ਟੂ ਯੂ ਆਥਰ ਸ਼ੈਰੀ ਜੀ ਕਿਵੇਂ ਹੋ ਤੁਸੀਂ ਸਾਰੇ ਆਏ ਆਈ ਐਮ ਵੈਰੀ ਹੈਪੀ ਐਂਡ ਡਿਲਾਈਟਡ ਐਕਚੁਅਲੀ ਸੋ ਤੁਸੀਂ ਕੀ ਫੀਲ ਕਰ ਰਹੇ ਹੋ I am excited to talk to you Sandeep ji ਗੁੱਡ ਹੈ ਜੀ ਸੋ ਮੈਂ ਥੋੜਾ ਜਿਹਾ ਆਥਰ ਸ਼ੈਰੀ ਜੀ ਬਾਰੇ ਦੱਸਣਾ ਚਾਹਾਂਗੀ ਔਰ ਮੇਰੇ ਖਿਆਲ ਲਿਸਟ ਤੇ ਬਹੁਤ ਮੈਨੂੰ ਜੋ ਇਹਨਾਂ ਬਾਰੇ ਪਤਾ ਹੈ ਜਿੰਨਾ ਮੈਂ ਇਹਨਾਂ ਨੂੰ ਸਮਝਣੀ ਹੈ ਜਿੰਨਾ ਮੇਰੇ ਕੋਲ ਇਹਨਾਂ ਦੇ ਬਾਰੇ ਮੈਨੂੰ ਪਤਾ ਹੈ ਅਗਰ ਮੈਂ ਥੋੜਾ ਜਿਹਾ ਤੁਹਾਡੇ ਨਾਲ ਲੋਕਾਂ ਨਾਲ ਸ਼ੇਅਰ ਕਰਾਂ ਆਥਰ ਸ਼ੈਰੀ ਇਜ਼ ਦ ਫਾਊਂਡਰ ਐਂਡ ਚੇਅਰਮੈਨ ਆਫ ਇੰਸਟੀਚਿਊਟ ਆਫ ਪ੍ਰੋਫੈਸ਼ਨਲ ਸਪੀਕਿੰਗ ਜਿਹੜਾ ਇੱਕ ਇੰਸਟੀਚਿਊਟ ਹੈ और he is on a mission to create 1 million public speakers by 2030 मतलब what a great initiative author Sherry I must say he is the founder and CEO of MS Talks a public speaking platform है जिथे more than 60,000 public speaker worldwide ਹੈਗੇ ਨੇ ਔਰ ਜਿਹੜਾ author Sherry ਨੂੰ ਜਿਹਨੂੰ ਜਿਹੜਾ ਰੈਕਗਨਾਈਜ਼ ਕੀਤਾ ਗਿਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੇ ਥਰੂ ਵੀ ਜਿਹੜਾ ਹੈ ਰੈਕਗਨੀਸ਼ਨ ਮਿਲਿਆ ਹੋਇਆ ਹੈ he is the international public speaking coach and mentor who has created more than 1 lakh public speakers and across 23 countries. Wow! He is appointed as a mentor of Chain Niti Aayog and Government of India and he has trained more than 2 lakhs plus individuals and in 23 countries. मतलब तो ਤੁਸੀਂ ਸਾਰੇ ਸਮਝ ਰਹੇ ਹੋ ਕਿ ਅੱਜ ਤੁਹਾਨੂੰ ਕੀ ਕੁਝ ਸਿੱਖਣ ਨੂੰ ਮਿਲਦਾ ਜਿਨ੍ਹਾਂ ਲੋਕਾਂ ਨੂੰ ਵੀ ਇਹ ਲੱਗਦਾ ਹੈ ਕਿ ਪਬਲਿਕ ਸਪੀਕਿੰਗ ਬਹੁਤ ਮੁਸ਼ਕਿਲ ਹੈ ਜਿਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਪਬਲਿਕ ਸਪੀਕਿੰਗ ਵਾਈ ਪਬਲਿਕ ਸਪੀਕਿੰਗ क्यों पब्लिक स्पीकिंग इज इट पॉसिबल फॉर अ लेमैन आल्सो एक अच्छा पब्लिक स्पीकर आज ਅਸੀਂ ਸਾਰੀ ਚੀਜ਼ਾਂ ਉਹ ਸਮਝਾਂਗੇ so he is also a global professional speaker 12 times he is a TEDx speaker and 4 times he is a Josh Talk speaker sir ਬਹੁਤ ਸਾਰੀਆਂ ਚੀਜ਼ਾਂ ਨੇ ਜੋ ਮੈਂ ਤੁਹਾਡੇ ਬਾਰੇ ਦੱਸਣੀਆਂ ਹੈ author of 10 books and ਇਸ ਪੂਰੇ ਪ੍ਰੋਗਰਾਮ ਵਿੱਚ ਟਾਈਮ ਟੂ ਟਾਈਮ ਜਿਹੜਾ ਪੂਰੇ ਪੋਡਕਾਸਟ ਵਿੱਚ ਆਪਣੀ ਆਡੀਅנס ਨੂੰ ਮੈਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਉਹਨਾਂ ਨੇ ਅਚੀਵ ਕੀਤੀਆਂ ਕੰਪਲੀਟ ਕੀਤੀਆਂ ਉਹ ਤੁਹਾਡੇ ਸਾਹਮਣੇ ਆਣਗੀਆਂ सो गुड है सर मतलब बहुत वधिया लग रहा है सारा कुछ ਜਿਹੜਾ ਹੈ ਤੁਹਾਡੇ ਬਾਰੇ ਅਗਰ ਮੈਂ ਪੂਰਾ ਪੜਾਂ ਤੇ ਮੈਨੂੰ ਲੱਗਦਾ 2-3 ਘੰਟੇ ਲੱਗ ਜਾਣਗੇ ਜਿੰਨਾ ਮੈਨੂੰ ਪਤਾ ਹੈ ਜਿੰਨਾ ਮੈਂ ਸਮਝਿਆ ਹੈ ਸੋ ਓਵਰ ਟੂ ਯੂ ਸਰ ਕਿਵੇਂ ਹੋ
और सब तो पहले मेरा क्वेश्चन है रहेगा, व्हाई पब्लिक स्पीकिंग कोच, मतलब ये बड़ा ओके इंपॉर्टेंट है जी. क्वेश्चन मेरे से। So why public speaking coach has a story? I would like to tell all the viewers right now watching us that you have something special, you have greatness within you, and follow that greatness and let other feel about your greatness. So why public speaking coaching? Because there was a stage failure which happened around 15 years back when I was talking on the stage. और ਉੱਥੇ ਮੈਂ ਜਦੋਂ stage ਤੇ ਗਿਆ ਪਹਿਲੀ ਵਾਰੀ ਮੈਨੂੰ ਇੱਕ award ਮਿਲਣਾ ਸੀਗਾ. I was very excited. My friends were there, my colleagues were there, and they were all hooting for me. But ਜਦੋਂ ਮੈਂ stage ਤੇ ਪਹੁੰਚਿਆ ਮੈਨੂੰ ਉੱਥੇ ਫੰਕਸ਼ਨਲ ਹੈਡ ਨੇ award ਦਿੱਤਾ. ਉਸ ਤੋਂ ਬਾਅਦ ਮੈਨੂੰ ਕਿਹਾ ਕਿ ਤੁਸੀਂ 2 ਮਿੰਟ ਡਾਇਸ ਤੇ ਆ ਕੇ ਬੋਲੋ. उस टाइम तक तो सब कुछ ठीक चल रही थी. उस तो बाद जो ही मैं डायस तो आया तो एकदम माय हार्ट स्टार्टेड पाउंडिंग, माय लेग स्टार्टेड शेकिंग, माय हैंड्स वर ट्रेम्बलिंग, आई हैड बटरफ्लाइज गशिंग आउट ऑफ माय स्टमक, मेरे माथे तो पसीना आना शुरू हो गया, एंड देयर वाज अ कंप्लीट ब्लैकआउट विद इन अ फ्यू सेकंड्स. Somehow I escaped that situation, but I took an oath that day that I'm going to learn the art of public speaking. This is how it started with public speaking. और उस टाइम मैं एक चीज़ और सोच रहा सीगा सनवी जी कि अगर इस सब्जेक्ट ਨੂੰ ਪਬਲਿਕ ਸਪੀਕਿੰਗ ਨੂੰ ਐਜ਼ ਅ ਸਬਜੈਕਟ ਜਾਂ ਐਜ਼ ਐਨ ਐਕਟੀਵਿਟੀ ਸਾਡੇ ਸਕੂਲ ਵਿੱਚ ਜਾਂ ਸਾਡੀ ਯੂਨੀਵਰਸਿਟੀ ਵਿੱਚ ਸਾਨੂੰ ਪੜਾਇਆ ਹੁੰਦਾ ਤੇ ਕਿੰਨਾ ਫਾਇਦਾ ਅੱਜ ਉਸ ਦਾ ਅਸੀਂ ਆਪਣੇ ਜੌਬ ਵਿੱਚ, ਆਪਣੇ ਕੈਰੀਅਰ ਵਿੱਚ, ਆਪਣੇ ਬਿਜ਼ਨਸ ਵਿੱਚ ਲੈ ਚੁੱਕੇ ਹੁੰਦੇ. ਲੇਕਿਨ ਉਹ ਚੀਜ਼ਾਂ ਸਾਨੂੰ ਨਹੀਂ ਪੜਾਈਆਂ ਜਾ ਰਹੀਆਂ. ਸੈਕੰਡਲੀ ਉਸ ਤੋਂ ਬਾਅਦ ਜਦੋਂ ਮੈਂ ਇਸ ਆਰਟ ਤੇ ਕੰਮ ਕਰਨਾ ਸ਼ੁਰੂ ਕੀਤਾ ਐਂਡ ਆਈ ਫਾਊਂਡ ਇਟਸ ਅ ਡੀਪ ਵੈਲ, ਬਹੁਤ ਹੀ ਗਹਿਰੀ ਇੱਕ ਕੂਏ ਦੇ ਤਰੀਕੇ ਨਾਲ ਹਰ ਚੀਜ਼ ਨਵੀਂ ਸਿੱਖਣ ਨੂੰ ਮਿਲਦੀ ਹੈ ਜਿੰਨਾ ਅਸੀਂ ਗਹਿਰਾ ਜਾਣਦੇ ਹਾਂ. The deeper and deeper you get into public speaking, the more things I and anybody can learn. So इस तरीके नाल इसकी शुरुआत हुई. फिर पब्लिक स्पीकिंग करते करते ਜਦੋਂ ਮੈਂ ਇਸ ਫੀਲਡ ਨੂੰ, ਇਸ ਸਬਜੈਕਟ ਨੂੰ ਅੱਛੀ ਤਰੀਕੇ ਨਾਲ ਸਮਝਿਆ ਔਰ ਹਾਲੇ ਤੱਕ ਸਮਝ ਰਿਹਾ ਹੈਗਾ, ਉਸ ਤੋਂ ਬਾਅਦ ਫਿਰ ਹੌਲੇ ਮੈਂ ਇਹਦੇ ਡਿਫਰੈਂਟ ਐਸਪੈਕਟਸ ਨੂੰ ਸਮਝਿਆ. ਇੱਕ ਐਨਸਾਈਕਲੋਪੀਡੀਆ ਵੀ ਤਿਆਰ ਕੀਤਾ ਜਿਸ ਕਰਕੇ ਬੁੱਕਸ ਆਈਆਂ ਬਹੁਤ ਸਾਰੀਆਂ. 11th ਬੁੱਕ ਵੀ ਮੇਰੀ ਦਾ TEDx ਫੈਕਟਰ ਆ ਰਹੀ ਹੈ ਬਿਕੋਜ਼ ਬਹੁਤ ਸਾਰੇ ਲੋਕੀ ਹੁਣ TEDx ਸਪੀਕਰ ਵੀ ਬਣਨਾ ਚਾਹੁੰਦੇ ਨੇ. ਸੋ ਉਹਨਾਂ ਦੇ ਵਾਸਤੇ ਇਹ ਕਿਤਾਬ ਮੈਂ ਲਿਖੀ ਹੈਗੀ ਹੈ. ਐਂਡ ਔਨ 7th of September this book will be out and it will be there to read for everybody. ਉਸ ਤੋਂ ਇਲਾਵਾ ਫਿਰ ਜਦੋਂ ਪਬਲਿਕ ਸਪੀਕਿੰਗ ਕੋਰਸ ਦੀ ਜਿਹੜੀ ਜਰਨੀ ਹੈਗੀ ਹੈ, ਇਸ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਜਦੋਂ ਮੈਨੂੰ ਇਸ ਸਬਜੈਕਟ ਦੀ ਨੌਲੇਜ ਹੋ ਗਈ and I started telling about this subject to other people. I found that people were finding it useful. It was creating results. और इस तरीके नाल इस चीज़ की शुरुआत हौले होंदे गई. And finally I decided that I'm going to take this as a career. So it started with corporate training, but from corporate training of initial 5 years, I found my niche. So as a trainer, as a coach, एक ਤੁਹਾਨੂੰ ਆਪਣੀ specialization ਜ਼ਰੂਰ ਪਤਾ ਹੋਣੀ ਚਾਹੀਦੀ ਹੈ. ਜਿਵੇਂ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਨਾ, ਹੁਣ ਤੁਹਾਨੂੰ ਬਿਜ਼ਨਸ ਕਰਦੇ ਹੋ ਇੱਕ ਸਪੈਸ਼ਲਾਈਜੇਸ਼ਨ ਹੈ. ਜਿਵੇਂ ਸਾਡੇ WSCC ਦੇ ਮੈਂਬਰਸ ਹੈਗੇ ਨੇ, ਸਭ ਦੀ ਇੱਕ ਬਿਜ਼ਨਸ ਕੈਟੇਗਰੀ ਹੈ. ਯੂ ਆਰ ਆਲਸੋ ਅ ਬਿਜ਼ਨਸ ਕੋਚ. ਸੋ ਇੱਕ ਕੈਟੇਗਰੀ ਦੇ ਨਾਲ ਤੁਸੀਂ ਆਪਣਾ ਕੰਮ ਕਰ ਰਹੇ ਹੋ, ਕੈਟੇਗਰੀ ਨਾਲ ਤੁਹਾਨੂੰ ਲੋਕੀ ਜਾਣਦੇ ਨੇ, ਤੁਹਾਡੇ ਨਾਲ ਕਨੈਕਟ ਕਰਦੇ ਨੇ. ਆਈ ਐਮ ਨਾਟ ਅ ਬਿਜ਼ਨਸ ਕੋਚ, Sanmeet is a business coach. I'm a public speaking coach. ਸੋ ਮੈਂ ਜਿਹੜੀ ਬੋਲਣ ਦੀ ਕਲਾ ਸਿਖਾ ਰਿਹਾ, ਸਟੇਜ ਤੋਂ ਬੋਲਣ ਦਾ ਕੌਨਫੀਡੈਂਸ ਦੇ ਰਿਹਾ ਲੋਕਾਂ ਨੂੰ, ਆਰਟ ਆਫ ਪ੍ਰੈਜੈਂਟੇਸ਼ਨ ਦੇ ਰਿਹਾ, ਇਸ ਚੀਜ਼ ਦੀ ਬਹੁਤ ਲੋੜ ਹੈ ਗ੍ਰੇਟਿਸ਼, ਔਰ ਖਾਸ ਕਰਕੇ ਸਾਡੇ ਸਿੱਖ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਲੋੜ ਹੈਗੀ ਹੈ. ਇਸ ਕਰਕੇ ਵਾਹਿਗੁਰੂ ਨੇ ਇਹ ਕਿਰਪਾ ਬਖਸ਼ੀ ਔਰ ਉਸ ਤੋਂ ਬਾਅਦ ਹੌਲੇ ਮੈਂ ਇਸ ਸਬਜੈਕਟ ਵਿੱਚ और ज़्यादा निपुण होना चला गया. और आज मैं 1 लाख तो ज़्यादा सब पब्लिक स्पीकर्स को तैयार कर चुके हैं और बहुत सारे ऐसे रिनॉन एंटरप्रेन्योर्स, कंपनी के CEOs, पब्लिक फिगर्स, इंडस्ट्रियलिस्ट और पॉलिटिशियंस भी है जिन्होंने मैं काम किया है. उन्होंने मैं पब्लिक स्पीकिंग सिखाई है, बोलने की कला समझाई है और किस तरह अपने आप को स्टेज तो रिप्रेजेंट करके अपनी गल्लां नूं रख सकते हैं, लोगों को इन्फ्लुएंस कर सकते हैं. सो दिस इज़ अबाउट very quickly how I started my journey and how I became a public speaking coach. ਬਹੁਤ ਵਧੀਆ ਸਰ, ਬਹੁਤ ਵਧੀਆ. ਇੱਕ ਕੁਐਸਚਨ ਆਂਦਾ ਹੈ ਐਜ਼ ਅ ਲੇਮਨ, ਇੱਕ ਪਰਸਨ, ਮਤਲਬ ਲੋਕਾਂ ਦੇ ਮਨ ਵਿੱਚ ਕੁਐਸਚਨ ਆਂਦਾ, ਪਬਲਿਕ ਸਪੀਕਿੰਗ ਮੀਨਸ ਅਗਰ ਸਟੇਜ ਤੇ ਜਾਣਾ ਹੈ ਤੇ ਪਬਲਿਕ ਸਪੀਕਿੰਗ ਮੀਨਸ ਅਗਰ ਮੇਰਾ ਕੋਈ ਕੰਮ ਐਵੇਂ ਜਿਹਾ ਹੈਗਾ ਜਾਂ ਮੈਂ ਐਵੇਂ ਦੀ ਸੀਨੀਅਰ ਪੋਜੀਸ਼ਨ ਤੇ ਹਾਂ ਕਿ ਮੈਨੂੰ ਅਗਰ ਪਬਲਿਕ ਸਪੀਕਿੰਗ ਦੀ ਜ਼ਰੂਰਤ ਪਏ ਤੇ ਨੋਰਮਲ ਬਹੁਤ ਸਾਰੇ ਲੋਕਾਂ ਨੂੰ ਇਹ ਥੋੜਾ ਜਿਹਾ ਇੱਕ ਕਹਿਣਾ ਚਾਹੀਦਾ ਮਿਥ ਹੈ ਕਿ ਪਬਲਿਕ ਸਪੀਕਿੰਗ ਮਤਲਬ ਇਜ਼ ਨਾਟ ਫॉर एवरीवन. ਸੋ ਤੁਸੀਂ ਕੀ ਕਹਿਣਾ ਚਾਹੋਗੇ ਪਬਲਿਕ ਸਪੀਕਿੰਗ ਦੇ ਬਾਰੇ? ਵਾਈ ਇਜ਼ ਇਟ ਸੋ ਇੰਪੋਰਟੈਂਟ? ਇਜ਼ ਇਟ ਇੰਪੋਰਟੈਂਟ ਫॉर एवरीबॉडी, ਪ੍ਰੋਫੈਸ਼ਨਲ, ਬਿਜ਼ਨਸ ਓਨਰਸ, एवरीवन? ਸੋ ਕੀ ਤੁਸੀਂ ਇਹਨਾਂ ਲੋਕਾਂ ਨੂੰ ਜਿਹੜਾ ਮੈਸੇਜ ਦੇਣਾ ਚਾਹੋਗੇ? देखो, सब तो बड़ा मिथ पब्लिक स्पीकिंग बारे यह होता है कि लोगों को इंग्लिश स्पीकिंग पब्लिक स्पीकिंग वर्गी लगती है. तो इंग्लिश स्पीकिंग इज अ लैंग्वेज, पब्लिक स्पीकिंग इज अ स्किल.
ਤੁਸੀਂ ਪੰਜਾਬੀ ਵਿੱਚ ਬੋਲੋ, ਹਿੰਦੀ ਵਿੱਚ ਬੋਲੋ ਜਾਂ ਗੁਜਰਾਤੀ ਵਿੱਚ ਬੋਲੋ। ਤੇ I think नो इशू, ਅਸੀਂ ਜੇ ਨੂੰ ਥੋੜਾ ਜਿਹਾ ਉਹ ਕਰ ਲਾਂਗੇ, ਹੈ ਨਾ। ਮੈਂ ਹਾਂਜੀ ਲਾਸਟ ਕਿੰਨਾ ਟਾਈਮ sorry ਹੋ ਗਿਆ, 10 yeah ਸੈਕਿੰਡ 10 ਮਿੰਟਸ ਵਿੱਚ ਨਾ ਮੈਂ ਡਿਲੀਟ ਕਰਵਾ ਦਾਂ ਦੀ ਕੋਸ਼ਿਸ਼ ਕਰਾਂਗੇ ਨਾ। no problem so ਤੁਸੀਂ ਪਬਲਿਕ ਸਪੀਕਿੰਗ ਨੂੰ ਐਜ਼ ਅ ਸਕਿੱਲ ਦੇਖੋ, ਇੰਗਲਿਸ਼ ਨੂੰ ਐਜ਼ ਅ ਲੈਂਗੁਏਜ ਦੇਖੋ। ਤੁਸੀਂ ਪਬਲਿਕ ਸਪੀਕਿੰਗ ਹਿੰਦੀ ਵਿੱਚ ਕਰੋ, ਗੁਜਰਾਤੀ ਵਿੱਚ ਕਰੋ, ਪੰਜਾਬੀ ਵਿੱਚ ਕਰੋ, ਮਲਿਆਲਮ ਵਿੱਚ ਕਰੋ, ਓਰੀਆ ਦੇ ਵਿੱਚ ਕਰੋ, ਉਹ ਤੁਸੀਂ ਕਿਸੇ ਵੀ ਲੈਂਗੁਏਜ ਵਿੱਚ ਕਰ ਸਕਦੇ ਹੋ। ਦੂਜਾ ਜਿਹੜਾ ਸਭ ਤੋਂ ਵੱਡਾ ਮਿਥ ਮੈਂ ਦੇਖਿਆ ਮਾਰਕੀਟ ਦੇ ਵਿੱਚ ਲੋਕਾਂ ਦੇ ਵਿੱਚ ਹੈਗਾ ਕਿ ਅਸੀਂ ਹੁਣ 50 ਸਾਲ ਦੇ ਹੋ ਗਏ ਆ, 60 ਸਾਲ ਦੇ ਹੋ ਗਏ, ਅਸੀਂ ਪਬਲਿਕ ਸਪੀਕਿੰਗ ਨਹੀਂ ਸਿੱਖ ਸਕਦੇ। ਐਕਚੁਅਲੀ ਪਬਲਿਕ ਸਪੀਕਿੰਗ ਜਿਵੇਂ ਮੈਂ ਕਿਹਾ ਇੱਕ ਸਕਿੱਲ ਹੈਗਾ। ਤੁਹਾਨੂੰ ਫਿਗਰ ਆਫ ਸਪੀਚ, ਆਰਟੀਕੂਲੇਸ਼ਨ, ਵੌਇਸ ਮੋਡੂਲੇਸ਼ਨ, ਬਾਡੀ ਲੈਂਗੁਏਜ, ਇਹ ਸਕਿੱਲ ਤੁਸੀਂ ਸਿੱਖ ਸਕਦੇ ਹੋ। ਇਟ ਇਜ਼ ਟ੍ਰਾਂਸਫਰੇਬਲ ਆਲਸੋ। ਸੋ ਦੂਜਾ ਹੈ ਮਿਥ ਮੈਂ ਮਾਰਕੀਟ ਵਿੱਚ ਜਾ ਕੇ ਬਹੁਤ ਬ੍ਰੇਕ ਕੀਤਾ। ਔਰ ਤੀਜਾ ਇੱਕ ਹੋਰ ਮਿਥ ਹੈਗਾ ਕਿ ਅਗਰ ਅਸੀਂ ਪਬਲਿਕ ਸਪੀਕਿੰਗ ਕਦੀ ਕੀਤੀ ਨਹੀਂ ਤੇ ਅਸੀਂ ਜ਼ਿੰਦਗੀ ਵਿੱਚ ਕਰ ਵੀ ਨਹੀਂ ਸਕਦੇ। ਸੋ ਇਹ ਵੀ ਇੱਕ ਮਿਥ ਹੈਗਾ ਕਿ ਜਿਸ ਤਰ੍ਹਾਂ ਮੈਂ ਕਦੀ ਪਬਲਿਕ ਸਪੀਕਿੰਗ ਕੀਤੀ ਨਹੀਂ ਤਾਂ ਮੈਂ ਕਰ ਵੀ ਨਹੀਂ ਸਕਦਾ। ਸੋ ਇਹ ਮਿਥ ਵੀ ਬਹੁਤ ਬ੍ਰੇਕ ਕੀਤਾ ਮੈਂ ਕਿ ਤੁਸੀਂ ਪਬਲਿਕ ਸਪੀਕਿੰਗ ਸ਼ੁਰੂਆਤ ਕਰੋਗੇ ਔਰ ਹੌਲੇ ਹੌਲੇ ਕਰ ਵੀ ਸਕਦੇ ਹੋ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਸਟੱਡੀ, ਬਹੁਤ ਸਾਰੇ ਟੈਸਟੀਮੋਨੀਅਲਸ ਹੈਗੇ ਨੇ ਜਿਨ੍ਹਾਂ ਨੂੰ ਮੈਂ 2 ਮਹੀਨੇ ਤੋਂ ਲੈ ਕੇ 30 ਡੇਜ਼ ਤੋਂ ਲੈ ਕੇ 90 ਡੇਜ਼ ਦੇ ਵਿੱਚ ਇੱਕ ਔਸਮ ਪਬਲਿਕ ਸਪੀਕਰ ਬਣਾ ਦਿੱਤਾ, ਸਟੇਜ ਵੀ ਦੇ ਦਿੱਤਾ, ਹੁਣ ਉਹ ਬੋਲਣ ਲੱਗ ਪਏ ਨੇ। ਐਂਡ ਮੈਨੀ ਆਫ ਦ ਪਬਲਿਕ ਸਪੀਕਰਸ ਆਰ ਪਰਸਨਲੀ ਟ੍ਰੇਨਡ ਬਾय me. In fact, in last 6 years of my journey into public speaking, I have trained 280 plus trainers who are working as a trainer. So I am a master trainer also. मैं उन्होंने ट्रेन किया and they are working as a public speaking trainer in the market. So उन्होंने भी certify किया है। And this is how the journey. So as थोड़े myths हैगे ने ਜਿਹੜੇ ਉਹ myth ਵੀ ਬ੍ਰੇਕ ਕੀਤੇ। ਲਾਕਡਾਊਨ ਦੇ ਵਿੱਚ ਮੈਂ ਇੱਕ ਇਨੀਸ਼ੀਏਟਿਵ ਦਿੱਤਾ ਸੀਗਾ ਜਿਹਦੇ ਵਿੱਚ ਮੈਂ ਇੱਕ ਹੋਰ myth ਬ੍ਰੇਕ ਕੀਤਾ ਸੀਗਾ ਕਿ ਅਗਰ ਮੈਂ 18 ਸਾਲ ਦਾ ਹਾਂ ਜਾਂ ਮੈਂ 15 ਸਾਲ ਦੀ ਹੈਗੀ ਜਾਂ ਮੈਂ 20 ਸਾਲ ਦਾ ਹੈਗਾ ਤੇ ਕਿ ਮੈਂ ਪਬਲਿਕ ਸਪੀਕਿੰਗ ਟ੍ਰੇਨਰ ਬਣ ਸਕਦਾ। ਪਬਲਿਕ ਸਪੀਕਰ ਨਹੀਂ, ਪਬਲਿਕ ਸਪੀਕਰ ਟ੍ਰੇਨਰ। ਤੇ ਮੈਂ ਪਬਲਿਕ ਸਪੀਕਰ ਟ੍ਰੇਨਰ ਬਣਾਤੇ। ਪੰਜਾਬ ਤੋਂ ਬਣਾਇਆ, ਅਹਿਮਦਾਬਾਦ ਤੋਂ ਬਣਾਇਆ, ਲਖਨਊ ਤੋਂ ਬਣਾਇਆ, ਗੁੜਗਾंव ਤੋਂ ਬਣਾਇਆ, ਦਿੱਲੀ ਤੋਂ ਬਣਾਇਆ, ਗੁਜਰਾਤ ਤੋਂ ਬਣਾਇਆ, ਕੋਈ ਸਟੇਟ ਛੱਡੀ ਨਹੀਂ। ਔਰ ਯੰਗ ਟ੍ਰੇਨਰਸ ਮੈਂ ਤਿਆਰ ਕਰ ਦਿੱਤੇ। ਇਮੈਜਿਨ ਇੱਕ 18 ਸਾਲ 20 ਸਾਲ ਦਾ ਮੁੰਡਾ ਜਾਂ ਕੁੜੀ ਉਹ ਬੱਚਿਆਂ ਨੂੰ ਔਰ ਅੱਗੇ ਲੋਕਾਂ ਨੂੰ ਪਬਲਿਕ ਸਪੀਕਿੰਗ ਸਿਖਾ ਰਿਹਾ ਹੈਗਾ। ਸੋ ਮੈਂ ਇਹ ਮਿਥ ਵੀ ਬ੍ਰੇਕ ਕੀਤਾ ਕਿ ਤੁਸੀਂ ਛੋਟੀ ਉਮਰ 'ਚ ਟ੍ਰੇਨਰ ਨਹੀਂ ਬਣ ਸਕਦੇ। ਸਿਰਫ ਤੁਹਾਨੂੰ ਇੱਕ ਪ੍ਰੀ ਰਿਕੁਇਜ਼ਿਟ ਨੌਲੇਜ, ਸਬਜੈਕਟ ਮੈਟਰ ਐਕਸਪਰਟੀਜ਼ ਔਰ ਤੁਹਾਡੇ ਜਿਹੜੇ ਬੇਸਿਕ ਸਕਿੱਲਸ ਹੈਗੇ ਨੇ ਅਗਰ ਉਹ ਠੀਕ ਹੈਗੇ ਨੇ ਔਰ ਤੁਸੀਂ ਰੈਗੂਲਰਲੀ ਉਸ ਚੀਜ਼ ਨੂੰ ਕਰ ਰਹੇ ਹੋ ਜਿਸ ਚੀਜ਼ ਦੀ ਲੋੜ ਹੈ ਇਸ ਫੀਲਡ ਦੇ ਵਿੱਚ, ਤੇ ਤੁਸੀਂ ਵੀ ਪਬਲਿਕ ਸਪੀਕਿੰਗ ਟ੍ਰੇਨਰ ਵੀ ਬਣ ਸਕਦੇ ਹੋ। ਔਰ ਮੈਂ ਯੂਥ ਨੂੰ ਇਸ ਕਰਕੇ ਤਿਆਰ ਕੀਤਾ ਕਿਉਂਕਿ ਸਾਡਾ ਜਿਹੜਾ ਫਿਊਚਰ ਹੈਗਾ ਕੰਟਰੀ ਦਾ ਉਹ ਯੂਥ ਹੈਗਾ। ਅਗਰ ਇਸ ਕੰਟਰੀ ਦੇ ਵਿੱਚ ਕੋਈ ਬਦਲਾਵ ਆ ਸਕਦਾ ਹੈ ਤਾਂ ਉਹ ਯੂਥ ਲੈ ਕੇ ਆ ਸਕਦਾ ਹੈ। ਤੋ ਯੂਥ ਦੇ ਨਾਲ ਮੈਂ ਕੰਮ ਕੀਤਾ, ਉਹਨਾਂ ਨੂੰ ਟ੍ਰੇਨ ਕੀਤਾ। ਐਂਡ ਮਾਈਂਡ ਯੂ, ਲੈਟ ਮੀ ਟੈਲ ਦਿਸ ਪਬਲਿਕਲੀ, ਮੈਂ ਜਿੰਨੇ ਵੀ ਯੂਥ ਤਿਆਰ ਕੀਤੇ ਉਹ ਸਾਰੇ ਦੇ ਸਾਰੇ ਟੋਟਲੀ ਫ੍ਰੀ ਕੀਤੇ ਸੀਗੇ। ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਸੀ ਬਿਕੋਜ਼ ਇਹ ਮੇਰਾ ਇੱਕ ਇਨੀਸ਼ੀਏਟਿਵ ਹੈਗਾ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਉਹ ਜਿਹੜਾ ਇੱਕ ਗੁਰੂ ਨਾਨਕ ਸਾਹਿਬ ਦਾ ਜਿਹੜਾ ਲੰਗਰ ਚਲਾਇਆ ਚੱਲ ਰਿਹਾ ਇੱਥੇ, ਜਿਹੜਾ ਪੜ੍ਹਾਈ ਦਾ ਲੰਗਰ, ਮੈਂ ਆਪਣੀ ਤਰਫੋਂ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਰਹਿਮਤ ਨਾਲ, ਕਿਰਪਾ ਦੇ ਨਾਲ ਉਹਨਾਂ ਨੇ ਸਿਰ ਤੇ ਹੱਥ ਰੱਖਿਆ ਤਾਂ ਉਹ ਕਿਰਪਾ ਹੋਈ ਤੇ ਉਸ ਚੀਜ਼ ਨੂੰ ਹੀ ਕੈਰੀ ਫਾਰਵਰਡ ਕੀਤਾ ਮੈਂ। ਔਰ ਉਸ ਦਾ ਮੈਨੂੰ ਬਹੁਤ ਬਲੇਸਿੰਗਸ ਮਿਲੀਆਂ, ਬਹੁਤ ਅੱਛੇ ਰਿਜ਼ਲਟਸ ਮਿਲੇ। ਅੱਜ ਇਸ ਤਰ੍ਹਾਂ ਦੇ ਟ੍ਰੇਨਰਸ ਵੀ ਹੈਗੇ ਨੇ ਜਿਹੜੇ ਬਹੁਤ ਅੱਛੇ ਪੈਸੇ ਕਮਾ ਰਹੇ ਨੇ। ਖੁਸ਼ੀ ਹੁੰਦੀ ਹੈ ਮੈਨੂੰ। ਖੁਸ਼ੀ ਇਸ ਕਰਕੇ ਹੁੰਦੀ ਹੈ ਕਿਉਂਕਿ ਮੈਂ ਉਹਨਾਂ ਯੂਥ ਦੀ ਲਾਈਫ ਦੇ ਵਿੱਚ ਇੱਕ ਬਦਲਾਵ ਲੈ ਕੇ ਆਇਆ, ਉਹਨਾਂ ਨੂੰ ਕਰੀਅਰ ਵੀ ਮਿਲਿਆ ਔਰ ਅੱਜ ਉਹ ਆਪਣਾ ਘਰ ਚਲਾ ਰਹੇ ਨੇ। ਬਿਲਕੁਲ। ऑथर शेरी जी ਜਿਹੜੀ ਇਹ ਗੱਲ ਕੀਤੀ ਹੈ ਮੈਂ ਉਹਦੇ 'ਚ ਇੱਕ ਐਡੀਸ਼ਨ ਕਰਨਾ ਚਾਹਾਂਗੀ, ਮੈਂ ਆਡੀਅנס ਨਾਲ ਸ਼ੇਅਰ ਕਰਨਾ ਚਾਹਾਂਗੀ। ਐਂਡ ਆਈ ਵਾਂਟ ਟੂ ਰੀਅਲੀ ਵਾਂਟ ਟੂ ਥੈਂਕ ਹਿਮ ਆਲਸੋ ਐਂਡ ਐਕਨੋਲੇਜ ਹਿਮ ਆਲਸੋ ਬਿਕੋਜ਼ ਮੈਂ ਦੱਸਾਂ ਮੇਰੀ ਆਈ ਐਮ ਅ ਬਿਜ਼ਨਸ ਕੋਚ ਬਟ ਮੇਰੀ ਡਾਟਰ ਜੋ ਕਿ ਬਹੁਤ ਇੰਟਰੋਵਰਟ ਪਰਸਨ ਹੈ, तो उन्होंने 30 डेज का इन्हों का जोड़ा है कुछ चैलेंज एक्सेप्ट किया और डायरैक्टली बहुत ज़्यादा डायरैक्टली कम्युनिकेशन ना हो के भी इन्हों के जो टूल सी स्ट्रैटेजी सी किवें जिवें जिवें है लोगों को ओपीनियन देना है नो ਉਹਦੇ ਵਿੱਚ ਫੀਡਬੈਕ ਦੇਣੇ ਨੇ ਉਹਦੇ ਵਿੱਚ ਵੀ I have seen author Sherry a drastic change in her or she is a now an English speaker basically. She is a not public speaking but she is into English speaking grammar public speaking fluency ਵਿੱਚ ਉਹ ਕੰਮ ਕਰ ਰਹੀ ਹੈ। So hats off to you definitely। मतलब मैं तो कहनी अगर मेरी डॉटर जो कि इतनी इंट्रोवर्ट सी और वो आज कैमरे के सामने इतने अच्छे तरीके आ पाई है तो you are one of the मतलब person behind that and most important person behind her। So है जड़ी है। So I definitely acknowledge that। I'm glad to hear that कि
तुम्हारी डॉटर के बारे में सुन के बड़ा अच्छा लग गया हाँ बहुत अच्छा कर रही है, इनफैक्ट वो भी बहुत अच्छा कर रही है। सो अगर मेरी डॉटर ਦਾ ਐਵੇਂ ਹੈ तो वही वाली ਗੱਲ ਹੈ, ਤੁਸੀਂ ਇੰਨੇ ਸਾਰੇ ਲੋਕਾਂ ਨੂੰ ਦੱਸਿਆ, so that I feel truly feel ਕਿ ਕਿੰਨੀ ਸਾਰੀ ਕੇਸ ਸਟੱਡੀਜ਼ ਤੁਸੀਂ ਕ੍ਰੀਏਟ ਕੀਤੀਆਂ ਨੇ। ਮੈਨੂੰ ਯਾਦ ਹੈਗਾ ਸੰਮੀ ਜੀ ਕਿ ਇੱਕ ਮੁੰਡਾ ਮੈਨੂੰ ਗਾਉਂ ਤੋਂ ਕੰਟੈਕਟ ਕਰਦਾ, ਮੇਰਾ YouTube ਤੇ ਵੀਡੀਓ ਦੇਖਿਆ ਉਹਨੇ ਸਕੈਮਰਿੰਗ ਦੇ ਉੱਤੇ, ਉਹਨੇ ਮੈਨੂੰ ਕੰਟੈਕਟ ਕੀਤਾ। ਉਹ ਮੁੰਡਾ ਸਟ੍ਰੈਮਰ ਕਰਦਾ ਸੀ ਨਾ। ਇਮੈਜਿਨ ਉਸ ਬੰਦੇ ਦਾ ਸਟੇਟ ਆਫ ਮਾਈਂਡ ਕੀ ਹੈਗਾ। ਉਹ ਬੰਦਾ ਆਪਣਾ ਕੌਨਫੀਡੈਂਸ ਲੂਜ਼ ਕਰ ਚੁੱਕਿਆ, ਨੈਗੇਟਿਵਿਟੀ ਆ ਚੁੱਕੀ ਹੈ, ਉਹਨੂੰ ਜੀਣ ਦਾ ਮਨ ਨਹੀਂ ਕਰ ਰਿਹਾ, ਬੰਦਾ ਸੁਸਾइड ਕਰਨ ਜਾ ਰਿਹਾ, ਮੈਨੂੰ ਫੋਨ ਕਰ ਰਿਹਾ, ਸਰ ਮੈਂ ਸੁਸਾइड करने जा रहा हूँ, मैं मुझे पब्लिक स्पीकिंग सीखनी है, मुझे बोलना सीखना है। ਉਹ ਮੁੰਡਾ ਮੈਨੂੰ ਲਖਨਊ ਤੋਂ ਅੱਗੇ ਵੀ ਕੋਈ ਗਾਉਂ ਹੈਗਾ, ਉੱਥੋਂ ਟ੍ਰੇਨ ਦੀ ਟਿਕਟ ਲੈ ਕੇ ਮੈਨੂੰ ਮਿਲਣ ਆਇਆ ਦਿੱਲੀ ਦੇ ਵਿੱਚ। ਮਿਲਣ ਮਿਲਿਆ, ਮਿਲਣ ਨੇ 2 ਮਹੀਨੇ ਦਾ ਕੋਰਸ ਕੀਤਾ, ਇੱਥੇ 2 ਮਹੀਨੇ ਰਿਹਾ ਐਜ਼ ਅ ਪੀਜੀ। ਕੋਰਸ ਕਰਨ ਤੋਂ ਬਾਅਦ ਉਹਦੀ ਸਟੈਮਰਿੰਗ ਦੂਰ ਹੋਈ ਹੈ, 80% ਫਰਕ ਆ ਗਿਆ ਸਟੈਮਰਿੰਗ ਦੇ ਵਿੱਚ। ਉਹਦਾ ਕੌਨਫੀਡੈਂਸ ਹਾਈ ਹੋ ਗਿਆ। ਅੱਜ ਉਹ ਬੱਚਾ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਕਿੱਥੇ ਨੌਕਰੀ ਕਰ ਰਿਹਾ ਹੈਗਾ। ਸਭ ਤੋਂ ਇੰਪੋਰਟੈਂਟ ਗੱਲ ਪਤਾ ਕੀ ਹੈਗੀ ਹੈ? ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਉਹ ਆਪਣੇ ਮਾਂ-ਬਾਪ ਨੂੰ ਫੀਡ ਨਹੀਂ ਕਰ ਪਾ ਰਹੇ ਸੀ ਇੱਕ ਟਾਈਮ ਤੇ। ਅੱਜ ਉਹ ਆਪਣੇ ਮਾਂ-ਬਾਪ ਨੂੰ ਫੀਡ ਕਰ ਪਾ ਰਹੇ ਆ, ਜਿਹੜੇ ਗਾঁव ਰਹਿੰਦੇ ਨੇ, ਜਿਹੜੇ ਕਿ ਕਿੱਥੇ ਨੌਕਰੀ ਨਹੀਂ ਕਰਦੇ, ਉਹਨਾਂ ਦੀ ਰੋਜੀ ਰੋਟੀ ਵਾਸਤੇ ਲਾਲੇ ਹੈਗੇ ਸੀਗੇ, ਲੇਕਿਨ ਉਹ ਮੁੰਡੇ ਨੇ ਹੁਣ ਨੌਕਰੀ ਕਰਕੇ ਉਹਨਾਂ ਨੂੰ ਫੀਡ ਕਰਨਾ ਸ਼ੁਰੂ ਕਰ ਦਿੱਤਾ। ਐਂਡ ਦਿਸ ਸਮਾਲ ਸਟੋਰੀ ਜਸਟ ਟੈਲਸ ਵਨ ਥਿੰਗ ਟੂ ਯੂ ਕਿ ਅਗਰ ਅਸੀਂ ਇੱਕ अपनी एक्सपर्टीज क्रिएट कर ली है, दिस मैसेज इज फॉर एवरीबडी हु आर लिसनिंग, स्पेशली यूथ। अगर ਅਸੀਂ अपनी एक्सपर्टीज क्रिएट कर ली है और उस एक्सपर्टीज ਦੇ ਉੱਤੇ ਕੰਮ ਕਰਦੇ ਰਹੀਏ, ਸੋ ਦੁਨੀਆ ਦਾ ਐਸਾ ਕੋਈ ਕੰਮ ਨਹੀਂ ਹੁੰਦਾ ਕਿ ਉਹ ਜਿਹੜਾ ਨਹੀਂ ਹੋ ਸਕਦਾ। ਮੈਂ ਕਦੀ आई एम नॉट अ क्वालिफाइड वॉइस थेरेपिस्ट और आई एम नॉट अ स्पीच थेरेपिस्ट, लेकिन ਅੱਜ ਮੈਂ ਆਪਣੀ ਇੰਨੀ ਪੜ੍ਹਾਈ ਕਰ ਲਿੱਤੀ ਹੈਗੀ ਹੈ ਕਿ ਜਿੰਨੀ ਨੌਲੇਜ ਇੱਕ ਸਪੀਚ ਥੈਰੇਪਿਸਟ ਨੂੰ ਹੈਗੀ ਹੈ, ਵਾਹਿਗੁਰੂ ਦੀ ਮਿਹਰ ਦੇ ਨਾਲ ਸ਼ਾਇਦ 19 ਦਾ 21 ਹੈਗਾ, 19 ਨਹੀਂ ਹੈਗਾ। ਸੋ ਮੈਂ ਮੈਡੀਕਲ ਫੀਲਡ ਤੋਂ ਨਹੀਂ ਹੈਗਾ, ਲੇਕਿਨ ਮੈਂ ਸਟੈਮਰਿੰਗ ਸਟਟਰਿੰਗ ਦੇ ਵੀ ਬਹੁਤ ਸਾਰੇ ਕੇਸਿਸ ਨੂੰ ਆਇਡੈਂਟੀਫਾਈ ਕਰਕੇ ਠੀਕ ਕਰ ਦਿੱਤਾ। ਰੀਸੈਂਟ ਕੇਸ ਹੈਗਾ, ਆਈ ਐਮ ਵਰਕਿੰਗ ਵਿਦ ਅ corporate CEO. He's handling 5,000 employees. Due to some security reasons, I cannot take his name publicly. But मैं ਤੁਹਾਨੂੰ ਦੱਸਣਾ ਚਾਹਨਾ ਕਿ ਉਹਨਾਂ ਦੀ 70% ਸਟੈਮਰਿੰਗ ਠੀਕ ਕਰ ਦਿੱਤੀ ਹੈ ਮੈਂ। 70%। ਉਹ ਜਿਹੜੇ ਬੰਦੇ ਹਕਲਾ ਕੇ ਬੋਲਦੇ ਸੀ, ਉਹ ਹਕਲਾਣੇ ਬੰਦ ਹੋ ਗਏ, ਦਿਖਦਾ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਜਿਹੜਾ ਬੰਦਾ ਸਕਰੀਨ ਦੇ ਸਾਹਮਣੇ ਆ ਕੇ ਘਬਰਾਉਂਦਾ ਸੀ, ਅੱਜ ਉਹ ਘਬਰਾਉਂਦਾ ਨਹੀਂ, ਅੱਜ ਉਹ ਕਹਿੰਦਾ ਯਾਰ ਰੋਜ਼ ਕੇ 5 ਇੰਟਰਵਿਊ ਦੇ ਰਹਾ ਹੂੰ ਸ਼ਹਿਰੀ ਮੈਂ, ਐਂਡ ਇਟਸ ਆਲ ਬਿਕॉज ਆਫ ਯੂ। ਉਹ ਬੰਦਾ ਕਦੀ ਮੀਡੀਆ ਫੇਸ ਨਹੀਂ ਕਰਦਾ ਸੀ, आज वो बंदा मीडिया फेस करता है। 5 कैमरे लगा दो, 10 कैमरे लगा दो, सामने बैठ के इंटरव्यू देता, खुल के गल करता है। एंड द बेस्ट पार्ट, ही शेयर्स हिज स्टोरीज। आई वांट टू हाईलाइट दिस, इफ यू कैन पब्लिकली शेयर अबाउट योर फेलियर्स, you are the best speaker, you are the best, you are the best individual, a professional. Yes, so you become vulnerable, you achieve that state of vulnerability. So ਲੋਕਾਂ ਦੇ ਅੰਦਰ ਇਹ ਟ੍ਰਾਂਸਫਰਮੇਸ਼ਨ ਦੇਖ ਕੇ ਨਾ ਕਿੱਥੇ ਨਾ ਕਿੱਥੇ ਉਹ ਮਿਸ਼ਨ ਪੂਰਾ ਹੁੰਦਾ ਦਿਖਦਾ ਹੈ, ਕਿੱਥੇ ਨਾ ਕਿੱਥੇ ਉਹ ਮਕਸਦ ਨੂੰ ਜਾਨ ਮਿਲਦੀ ਹੈ, ਕਿੱਥੇ ਨਾ ਕਿੱਥੇ ਜਿਹੜਾ ਮੇਰਾ ਕੌਨਫੀਡੈਂਸ ਹੈਗਾ ਐਜ਼ ਅ ਕੋਚ, ਕਿਉਂਕਿ ਮੈਂ ਵੀ ਤਾਂ ਇਨਸਾਨ ਹੈਗਾ, ਮੈਨੂੰ ਵੀ ਕੌਨਫੀਡੈਂਸ ਚਾਹੀਦਾ ਹੈ, ਔਰ ਮੇਰਾ ਕੌਨਫੀਡੈਂਸ ਇਹ ਚੀਜ਼ਾਂ ਦੇਖ ਕੇ ਨਾ ਵੱਧ ਜਾਂਦਾ ਹੈ। ਬਿਲਕੁਲ ਸਹੀ ਕਹਿ ਰਹੇ ਹੋ, ਔਰ ਤੁਹਾਡੀ ਇਹ ਸਟੋਰੀ ਸੁਣ ਕੇ, ਕੇਸ ਸਟੱਡੀ ਸੁਣ ਕੇ ਜਿਹੜਾ ਹੋਰ ਮਜ਼ਾ ਆ ਰਿਹਾ ਹੈ। ਔਰ ਇਹ ਜਿਹੜਾ ਆਥਰ ਸ਼ੈਰੀ ਜੀ ਨੇ ਦੱਸਿਆ, ਮੈਂ ਸਾਰਿਆਂ ਲੋਕਾਂ ਨੂੰ ਕਹਾਂਗੀ, ਇਟਸ ਅ ਮਿਥ ਬ੍ਰੇਕਰ ਬੇਸਿਕਲੀ। ਜੋ ਲੋਕ ਇਹ ਸੋਚਦੇ ਨੇ ਕਿ ਪਬਲਿਕ ਸਪੀਕਿੰਗ ਇਜ਼ ਅ ਐਕਸਟਰਾ ਕਰਿਕੂਲਰ ਐਕਟੀਵਿਟੀ, ਇਟ ਇਜ਼ ਨॉट। ਇਟ ਇਜ਼ ਐਕਚੁਅਲੀ ਦੇਖਿਆ ਜਾਏ, ਅਗਰ ਤੁਹਾਡੀ ਜਿਹੜੀ ਹੈ, ਅਗਰ ਤੁਸੀਂ ਆਪਣੀ ਪਰਸਨਲ ਗਰੂਮਿੰਗ ਦੀ ਗੱਲ ਕਰਦੇ ਹੋ, ਆਪਣੀ ਲਾਈਫ ਵਿੱਚ ਗਰੋਥ ਦੀ ਗੱਲ ਕਰਦੇ ਹੋ, ਇਟ ਇਜ਼ ਵਨ ਆਫ ਦ ਇੰਪੋਰਟੈਂਟ ਸਕਿੱਲ ਵਿਚ ਯੂ ਨੀਡ ਟੂ ਲਰਨ, है ना। तो इट्स नॉट अ एक्स्ट्रा करिकुलर एक्टिविटी। ये देखो ना, तुसी खाली पब्लिक स्पीकिंग नहीं है, पब्लिक स्पीकिंग आंदा है, कॉन्फिडेंस आंदा है, ਤੁਹਾਨੂੰ ਜਿਹੜਾ ਹੈ ਉਹ ਤੁਹਾਡਾ ਮੋਰਲ ਵੱਧਦਾ ਹੈ। ਸੋ ਜਦ ਇਹ ਸੈੱਟ ਹੋ ਜਾਂਦਾ ਤਾਂ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਆਪੇ ਜਿਹੜਾ ਬਾਬਾ ਜੀ ਜਿਹੜਾ ਹੈ ਸਹੀ ਰਸਤੇ ਤੇ ਲਿਆ ਦਿੰਦੇ ਨੇ। ਔਰ ਸ਼ੈਰੀ ਜੀ, ਮੈਂ ਇੱਕ ਗੱਲ ਹੋਰ ਦੱਸਾਂ, ਮਤਲਬ ਮੈਂ ਜਿੰਨਾ ਤੁਹਾਨੂੰ ਪਰਸਨਲੀ ਜਾਣਦੀ ਹਾਂ, ਮੈਂ ਮਿਲਣੀ ਹਾਂ, ਮੈਨੂੰ ਨਾ ਇੱਕ ਚੀਜ਼ ਤੁਹਾਡੀ ਬਹੁਤ ਅੱਛੀ ਲੱਗਦੀ ਹੈ, which is your networking skill. Really, I am really a big fan of your networking skills। और मैं बड़ी बार ਤੁਹਾਡੇ ਨਾਲ ਬਹਿਣਾ ਵੀ ਚਾਹ ਰਹੀ ਸੀ, ਚਲੋ ਅੱਜ ਇਸ ਪੋਡਕਾਸਟ ਦੇ ਮਾਧਿਅਮ ਤੇ ਕੁਝ ਚੀਜ਼ਾਂ ਸਾਡੀ ਆਡੀਅנס ਨਾਲ ਵੀ ਸ਼ੇਅਰ ਕੀਤੀਆਂ ਜਾਣ। Why do you feel networking is so important? मतलब क्यों ਤੁਸੀਂ ਇੰਨਾ networking ਵਿੱਚ ਟਾਈਮ ਦਿੰਦੇ ਹੋ? Why do you feel it is so important? Firstly, you're always welcome to sit and share. It is always mutual. I know you have also a lot of things to share, and I can learn from your experience. See, networking jehda hai, so there are one thing you need to understand is कि अगर तुसी people business ਵਿੱਚ ਹੈਗੇ ਹੋ, where you have interaction with lot of people, it is very important for you to understand the different psychologies of people, behavior of people, especially if you are into coaching and mentoring.
ਜੇ ਤੁਸੀਂ ਕੋਚਿੰਗ ਔਰ ਮੈਂਟਰਿੰਗ ਦੇ ਵਪਾਰ ਵਿੱਚ ਹੈਗੇ ਹੋ ਤੁਹਾਨੂੰ ਲੋਕਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨੰਬਰ 1 ਨੰਬਰ 2 ਯੂ ਨੀਡ ਟੂ ਅੰਡਰਸਟੈਂਡ ਦ ਬਿਜ਼ਨੈਸਿਸ। ਜਿਵੇਂ ਤੁਸੀਂ ਬਿਜ਼ਨਸ ਕੋਚ ਹੈਗੇ ਹੋ ਹੁਣ ਤੁਹਾਡੇ ਵਾਸਤੇ ਬਿਜ਼ਨਸ ਸਮਝਣਾ ਕਿੰਨਾ ਜ਼ਰੂਰੀ ਹੈਗਾ ਬਿਫੋਰ ਯੂ ਟ੍ਰੇਨ ਦੈਟ ਐਂਟਰਪ੍ਰੈਨਿਓਰ ਇਜ਼ਨਟ ਇਟ। ਇਸੇ ਤਰੀਕੇ ਨਾਲ ਅਗਰ ਤੁਸੀਂ ਨੈਟਵਰਕਿੰਗ ਕਰ ਰਹੇ ਹੋ ਔਰ ਤੁਸੀਂ ਪੀਪਲ ਬਿਜ਼ਨਸ ਵਿੱਚ ਹੈਗੇ ਹੋ ਤੁਹਾਨੂੰ ਬਿਜ਼ਨਸਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੈਨੂੰ ਇਸ ਚੀਜ਼ ਦਾ ਲਾਭ ਕਿਸ ਤਰ੍ਹਾਂ ਹੋਇਆ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਹੁਣੇ। ਤੀਜਾ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਮੈਂ ਨੈਟਵਰਕਿੰਗ ਵਿੱਚ ਸਿੱਖੀ ਹੈਗੀ ਹੈ ਕਿ ਨੈਵਰ ਸੈਲ ਇਨ ਐਨੀ ਨੈਟਵਰਕਿੰਗ। ਮੈਂ ਕਦੀ ਕਿਸੇ ਨੂੰ ਕੁਝ ਵੀ ਸੈਲ ਨਹੀਂ ਕਰਦਾ। ਇਨਫੈਕਟ ਸਭ ਤੋਂ ਪਹਿਲੇ ਜਿਹੜਾ ਤੁਹਾਡਾ ਨੈਟਵਰਕਿੰਗ ਹੁੰਦਾ ਨਾ ਉਹਦਾ ਇੱਕ ਸਟੇਟ ਹੁੰਦਾ ਹੈ, ਠੀਕ ਹੈ, ਉਹਦਾ ਸਟੇਟ ਹੁੰਦਾ ਕੋਲਡ, ਠੀਕ ਹੈ। ਕੋਲਡ ਸਟੇਟ ਤੋਂ ਤੁਹਾਨੂੰ ਵਾਰਮ ਲੈ ਕੇ ਆਣਾ ਹੁੰਦਾ ਪਹਿਲੇ। ਵਾਰਮ ਕਦੋਂ ਲਿਆਓਗੇ ਜੇ ਤੁਸੀਂ ਇੱਕ ਦੋ ਮੀਟਿੰਗ ਕਰੋਗੇ, ਚਾਹ ਕੌਫੀ ਪੀਓਗੇ, ਇੱਕ ਅੱਧੀ ਵਾਰ ਲੰਚ ਕਰੋਗੇ, ਉਹ ਵਾਰਮ ਸਟੇਟ ਵਿੱਚ ਆਏਗਾ। ਹੁਣ ਕਾਫੀ ਦੇਰ ਤੱਕ ਉਹ ਵਾਰਮ ਸਟੇਟ ਵਿੱਚ ਰਹੇਗਾ ਔਰ ਵਾਰਮ ਸਟੇਟ ਤੋਂ ਉਹ ਆ ਜਾਏਗਾ ਹੌਟ ਸਟੇਜ ਵਿੱਚ, ਠੀਕ ਹੈ। ਹੌਟ ਸਟੇਜ ਜਦੋਂ ਆ ਜਾਏਗਾ ਉਸ ਵਕਤ ਉਸ ਸਟੇਜ ਦੇ ਵਿੱਚ ਅਗਰ ਤੁਸੀਂ ਉਸ ਬੰਦੇ ਨੂੰ ਆਪਣਾ ਕੋਈ ਪ੍ਰੋਡਕਟ ਜਾਂ ਸਰਵਿਸਿਜ਼ ਦੇ ਬਾਰੇ ਸਿਰਫ ਗੱਲ ਕਰੋਗੇ, ਵੇਚੋਗੇ ਨਹੀਂ, ਗੱਲ ਕਰੋਗੇ और उस मोमेंट का उस अपॉर्चुनिटी का इंतजार करोगे कि वो बंदा सामने के गए यार ये मुझे भी करना है या आई नो समबडी हु नीड्स दिस ਤੇ ਤਾਂ ਤੁਸੀਂ ਉੱਤੇ ਸਮਝ ਜਾਣਾ that you have crossed the level 1 of deepening the relationship and then level 2 is when that person trusts you blindly। ਸੋ ਮੈਂ ਇਸ ਤਰੀਕੇ ਦੇ ਬਹੁਤ ਸਾਰੇ ਬੰਦੇ ਮਾਰਕੀਟ ਦੇ ਵਿੱਚ क्रिएट करता चला गया and this small activity it takes a lot of time, it takes a lot of effort। बहुत टाइम लगाना पैंदा है, बहुत अपना एफर्ट लगाना पैंदा है, जेबों पैसे भी खर्च करने पैंदे ने, but the result is satisfying। it gives you a lot of confidence in your work, it gives you a lot of satisfaction that you have done something different and gradually you will see ਹਰ ਇੱਕ ਸਫੇਅਰ ਦੇ ਵਿੱਚ ਜਿਹੜਾ ਕੰਟੈਕਟ ਸਫੇਅਰ ਹੁੰਦਾ ਹੈਗਾ ਮੇਰਾ, ਹਰ ਇੱਕ ਕੈਟਾਗਰੀ ਹਰ ਇੱਕ ਇੰਡਸਟਰੀ ਦੇ ਵਿੱਚ ਆਈ ਨੋ ਪੀਪਲ ਨਾਓ। ਤੁਸੀਂ ਯੂ ਨੇਮ ਦਾ ਇੰਡਸਟਰੀ ਆਈ ਕੈਨ ਕਨੈਕਟ ਯੂ ਐਂਡ ਕਨੈਕਟਿੰਗ ਇਜ਼ ਜਸਟ ਨਾਟ ਪਾਸਿੰਗ ਔਨ ਦ ਟੈਲੀਫੋਨ ਨੰਬਰ ਟੂ ਯੂ। I will call that person and I will tell Sanmeet ji will call you and that person will attend your call and entertain your query। Isn't that great? Yeah, and the second thing is that when somebody is expecting your call and he will say, oh yeah, I was expecting your call, Sherry just informed me। Imagine your level of reputation। It also speaks volumes about how I have worked on the relationship। हले मैं व्यापार नहीं किया ਉਹਦੇ ਨਾਲ लेकिन मेरा relationship बहुत strong है। So it is all in networking and I have just tried to explain that for the benefit of all the viewers। I hope they've got some learning out of this today। No, definitely it was a great learning and ਮੈਨੂੰ ਲੱਗਦਾ ਹੈ ਕਿ ਇਹਦੇ ਤੇ ਪੂਰਾ ਇੱਕ ਚੈਪਟਰ 2 ਘੰਟੇ ਦਾ ਇੱਕ ਪ੍ਰੋਗਰਾਮ ਹੋਣਾ ਚਾਹੀਦਾ ਹੈ because really it is very much required and ਵੈਸੇ ਤਾਂ ਸਭ ਵਾਸਤੇ but WSCC members ਵਾਸਤੇ ਵੀ networking because ਅੱਜ ਅਸੀਂ ਸੋਚਨੇ ਕਿ ਹਮ networking means ਅਸੀਂ ਕਿਸੇ networking event ਵਿੱਚ ਗਏ, ਇੱਕ ਵਾਰ ਗਏ, ਦੋ ਵਾਰ ਗਏ, ਸਾਨੂੰ ਬਿਜ਼ਨਸ ਮਿਲਣਾ ਚਾਹੀਏ। that is the problem where people are ਮਤਲਬ ਲੋਕਾਂ ਨੂੰ ਇਹ ਹੁੰਦਾ ਹੈ ਕਿ no we haven't got any result, we haven't got any business। so networking is much more than that है ना। ਤੁਸੀਂ ਕੰਮ ਕਰਨਾ ਪਏਗਾ। ਤੁਹਾਡੇ ਸਿੱਖ ਬ੍ਰਦਰ ਸਿਸਟਰ ਤੁਸੀਂ ਗੱਲ ਕਰ ਰਹੇ ਹੋ, ਮੈਂ ਜਿਹੜੀ ਚੀਜ਼ ਨੋਟਿਸ ਕੀਤੀ ਹੈ ਆਈ ਬੀ ਵੈਰੀ ਕੈਂਡਿਡ ਐਂਡ ਵਲਨਰੇਬਲ ਹੇਅਰ। ਸਭ ਤੋਂ ਪਹਿਲੀ ਚੀਜ਼ ਤੇ ਈਗੋਇਜ਼ਮ ਬਹੁਤ ਹੈਗਾ। they are very egoistic। I'm talking about our community। I've seen a lot of people very egoistic। second ਜਿਹੜੀ ਚੀਜ਼ ਮੈਂ ਨੋਟਿਸ ਕੀਤੀ ਹੈਗੀ ਹੈ ਅਨਲਰਨ ਨਹੀਂ ਕਰ ਰਹੇ। ਮਤਲਬ ਠੀਕ ਹੈ ਤੁਸੀਂ 1000 ਕਰੋੜ ਦੇ ਬੰਦੇ ਬਣ ਗਏ, ਅਨਲਰਨ ਵੀ ਤੇ ਕਰਨਾ ਸਿੱਖੋ ਨਾ। ਅਨਲਰਨ ਦੀ ਆਰਟ ਕਿੱਥੋਂ ਸਿੱਖੋਗੇ? ਜੇ ਅਨਲਰਨਿੰਗ ਨਹੀਂ ਕਰੋਗੇ ਤੇ ਨਵੀਂ ਚੀਜ਼ਾਂ ਲਰਨ ਕਿਵੇਂ ਕਰੋਗੇ? ਠੀਕ ਹੈ। ਔਰ ਤੀਜੀ ਚੀਜ਼ ਜਿਹੜੀ ਮੈਂ ਦੇਖੀ ਹੈਗੀ ਹੈ ਕਿ ਇੱਕ ਨਾ ਇੱਕ ਰਜ ਆ ਜਾਂਦਾ ਹੈ, ਜਿਵੇਂ ਅਸੀਂ ਕਹਿੰਦੇ ਨਾ ਰੱਜਿਆ ਹੋਇਆ ਬੰਦਾ। ਉਹ ਜਿਹੜਾ ਬੰਦਾ ਰੱਜ ਗਿਆ ਉਹਨੂੰ ਹੁਣ ਕੀ ਕਰਨਾ ਰੱਜ ਕੇ, ਤੇ ਉਹ ਰਜਣਾ ਬੰਦ ਕਰ ਦੋ। ਇਫ ਯੂ ਆਰ ਅ ਬਿਜ਼ਨਸਮੈਨ ਆਲਵੇਜ਼ ਹੈਵ ਐਨ ਹੰਗਰ। ਹੰਗਰ ਸਿਰਫ ਪੈਸੇ ਕਮਾਉਣ ਦੀ ਨਹੀਂ ਹੈ, ਹੰਗਰ ਟੂ ਸਰਵ ਮੋਰ ਪੀਪਲ, hunger to reach more clients। and these are the attributes I have not seen in Sikh entrepreneurs। many Sikh entrepreneurs are missing some or the other link। and one thing which I have noticed in Parmeet ji, Dr. Parmeet Singh Chadha, our president also, and I have learned this from him, you know,
there is a sense of responsibility when you are an entrepreneur. You're responsible for your family, your business, and for the customers you serve, and the potential customers waiting for your services to acquire. If you make a mistake, learn to say sorry. साढ़े सिक्खा ਦੇ ਵਿੱਚ ਇਹ ਵੀ ਬੜੀ ਕਮੀ ਹੈਗੀ ਹੈ ਜੇ ਗਲਤੀ ਹੋ ਗਈ ਤੇ ਮਾਫੀ ਵੀ ਨਹੀਂ ਮੰਗਣੀ ਹੈ ਨਾ ਚਿੱਟ ਵੀ ਮੇਰੀ ਪੱਟ ਵੀ ਮੇਰੀ ਸਿੱਕਾ ਮੇਰੇ ਪਿਓ ਦਾ ਠੀਕ ਹੈ ਇੱਥੇ ਵੀ ਨਹੀਂ ਉੱਥੇ ਵੀ ਨਹੀਂ ਇੱਥੇ ਵੀ ਮੈਂ ਸੋ ਇਹ ਜਿਹੜੀ ਚੀਜ਼ ਹੈਗੀ ਹੈ ਇਹ ਜਿਹੜਾ ਐਟੀਟਿਊਡ ਹੈਗਾ ਦਿਸ ਵਿਲ ਨਾਟ ਟੇਕ ਯੂ ਐਨੀਵੇਅਰ you have to learn the art of apologizing and moving on. And I've seen Dr. Parmeet Singh Chittor doing that. And I'm not saying that he's done mistakes. It's just that there are certain things when you learn from your fellow entrepreneurs. So, ਇਹ ਤਿੰਨ ਚਾਰ ਚੀਜ਼ਾਂ ਅਗਰ ਅਸੀਂ ਠੀਕ ਕਰ ਲਈਏ ਥੋੜਾ ਜਿਹਾ ਸਰਮੀਤ ਜੀ ਮੈਨੂੰ ਲੱਗਦਾ ਹੈ ਕਿ ਸਾਡੇ ਸਿੱਖ ਸਮਾਜ ਦੇ ਐਂਟਰਪ੍ਰੈਨਿਓਰਸ ਦੇ ਵਿੱਚ ਬਹੁਤ ਹੀ ਵਧੀਆ ਚੇਂਜ ਆ ਜਾਏਗਾ ਬਹੁਤ ਜ਼ਿਆਦਾ ਟ੍ਰਾਂਸਫਰਮੇਸ਼ਨ ਆ ਜਾਏਗਾ ਔਰ ਇਹਦਾ ਸਿੱਧਾ ਇੰਪੈਕਟ ਕਿਹਦੇ ਤੇ ਪਏਗਾ ਪਤਾ ਸਾਡੀ ਕਮਿਊਨਿਟੀ ਤੇ ਪਏਗਾ we are a minority and we will see that lot of youth ਜਿਹੜੇ ਕਿ ਸਾਡੇ ਪੈਰੈਂਟਿੰਗ ਤੋਂ ਅੱਗੇ ਗਰੋ ਹੋ ਰਹੇ ਨੇ ਉਹਨਾਂ ਤੇ ਵੀ ਇਸ ਚੀਜ਼ ਦਾ ਅਸਰ ਹੈ ਨਹੀਂ ਡੈਫੀਨਿਟਲੀ ਜਿਹੜੀ ਆਟੋ ਸ਼ੇਅਰਿੰਗ ਦੀ ਗੱਲ ਕਹੀ ਹੈ ਕਈ ਚੀਜ਼ਾਂ ਤੇ ਮੈਂ ਵੀ ਉਹਦੇ ਤੇ ਮਤਲਬ ਕਰਨੀ ਆ ਕਰਕੇ ਮੈਂ ਵੀ ਮੰਨ ਐਗਰੀ ਕਰਨੀ ਆ ਕਿ ਕੁਝ ਚੀਜ਼ਾਂ ਜੋ ਇਟਸ ਨਾਟ ਅਬਾਊਟ ਐਵਰੀ ਸਿਕ ਨੋ ਐਵਰੀ ਦਿਸ ਥਿੰਗ ਬਟ ਜਿਹੜਾ ਬਹੁਤ ਸਾਰੇ ਲੋਕਾਂ ਵਿੱਚ ਸਾਡੇ ਚ ਗੈਪ ਹੈ ਸਾਡੇ ਲੋਕਾਂ ਵਿੱਚ ਵੀ ਬਹੁਤ ਸਾਰਾ ਗੈਪ ਹੈ ਤੇ ਅੱਜ ਕੁਐਸਚਨ ਕੀ ਹੈ ਅਨਲਰਨ ਕਰਨਾ ਲਰਨ ਤੇ ਕਰਨਾ ਦੈਟ ਇਜ਼ ਵਨ ਥਿੰਗ ਸੈਕੰਡ ਥਿੰਗ ਇਜ਼ ਇਫ ਯੂ ਵਾਂਟ ਟੂ ਗਰੋ ਆਰ ਬਿਜ਼ਨਸ ਨੈਟਵਰਕਿੰਗ ਬੜੀ ਇੰਪੋਰਟੈਂਟ ਹੈ ਔਰ ਨੈਟਵਰਕਿੰਗ ਹਰ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਹੈ ਸੋ ਡੈਫੀਨਿਟਲੀ in over other sessions also ਮੈਂ ਚਾਹਾਂਗੀ ਕਿ ਕਿਸੇ ਤਰੀਕੇ ਨਾਲ ਅਸੀਂ ਆਥਰ ਸ਼ੈਰੀ ਜੀ ਨੂੰ ਹੋਰ ਇਨਵਾਈਟ ਕਰੀਏ ਉਹਨਾਂ ਨਾਲ ਹੋਰ ਬੈਠੀਏ ਨੈਟਵਰਕਿੰਗ ਕਿਵੇਂ ਸਿੱਖੀ ਜਾ ਸਕੇ ਇਟਸ ਨਾਟ everybody's cup of tea no so ਸਾਨੂੰ ਥੋੜਾ ਜਿਹਾ ਸਮਝਣਾ ਪਏਗਾ ਜਦ ਅਸੀਂ ਕਿਸੇ ਵੀ ਮੂਮੈਂਟ ਤੇ ਚਾਹੁੰਦੇ ਆ ਕਿਸੇ ਵੀ ਨੈਟਵਰਕਿੰਗ ਇਵੈਂਟ ਤੇ ਚਾਹੁੰਦੇ ਆ ਉਹ ਕਿਵੇਂ ਉਸਨੂੰ ਇਨਕੈਸ਼ ਕਰਨਾ ਹੈ ਕਿਵੇਂ ਉਹਨੂੰ ਲੈਵਰੇਜ ਕਰਨਾ ਹੈ that is the art which we need to learn ਬਿਲਕੁਲ ਸਹੀ ਕਹਿ ਰਹੇ ਹੋ ਆਥਰ ਸ਼ੈਰੀ ਤੁਸੀਂ ਇੱਕ ਚੀਜ਼ ਹੋਰ ਹੈ ਕਿ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਆਪਣਾ ਕੰਮ ਵੀ ਇੰਨੇ ਅੱਛੇ ਲੈਵਲ ਤੇ ਕਰ ਰਹੇ ਹੋ ਕਰਕੇ ਐਂਡ ਯੂ ਡੂ ਸੋ ਮਚ ਇਨ ਨੈਟਵਰਕਿੰਗ ਆਈ ਐਮ ਸੀਇੰਗ ਯੂ ਡੇ ਐਂਡ ਡੇ ਆਊਟ ਜਿਹੜਾ ਇੰਨਾ ਸਾਰਾ ਜਿਹੜਾ ਤੁਸੀਂ ਤੁਹਾਡਾ ਮੂਵਮੈਂਟ ਰਹਿੰਦਾ ਹੈ ਤੁਹਾਡੇ ਚੀਜ਼ਾਂ ਰਹਿੰਦੀਆਂ ਹਾਊ ਡੂ ਯੂ ਮੈਨੇਜ ਯੋਰ ਵਰਕ ਯੋਰ ਬਿਜ਼ਨਸ ਯੋਰ ਨੈਟਵਰਕਿੰਗ ਯੂ ਆਰ ਨੈਟਵਰਕਿੰਗ ਸੋ ਵੈਲ ਤੇ जब उस टाइम पे व्हेन बिजनेस ओनर्स आर सो बिजी इन देयर वर्क कि मेरे पास मीटिंग करने का टाइम नहीं है आई डोंट हैव टाइम ਤੇ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਔਰ ਐਵੇਂ ਜੇ ਬਿਜ਼ਨਸ ਓਨਰਸ ਨੂੰ ਜਾਂ ਐਵੇਂ ਜੇ ਕੋਈ ਵੀ ਵਰਕਿੰਗ ਪ੍ਰੋਫੈਸ਼ਨਲ ਨੂੰ ਜੋ ਇਹ ਚੀਜ਼ਾਂ ਨੂੰ ਮੈਨੇਜ ਨਹੀਂ ਕਰ ਪਾਉਂਦਾ ਕੀ ਤੁਸੀਂ ਟਿਪਸ ਦੇਣਾ ਚਾਹੋਗੇ So I remember 5 years back, right before lockdown, I met somebody at his office in West Punjabi Bagh. मैं ਉਹਦੇ ਆਫਿਸ ਗਿਆ ਤੇ ਉਹ ਮੀਟਿੰਗ ਫਿਕਸ ਕਰਨ ਤੋਂ ਪਹਿਲਾਂ ਜਦੋਂ ਮੈਂ ਉਹਨੂੰ ਟੈਲੀਫੋਨ ਕੀਤਾ he said I want to meet you and he said to me one thing he said I'm available on Sunday so it was Saturday next day was Sunday he said I'm available on Sunday you can come to my office ਮੈਨੂੰ ਲੱਗਿਆ ਬੰਦਾ ਸਵੇਰੇ 11 ਵਜੇ 12 ਵਜੇ ਦਾ ਟਾਈਮ ਦੇਗਾ ਸਵੇਰੇ ਸੰਡੇ ਦਾ ਦਿਨ ਹੈ ਆਰਾਮ ਨਾਲ ਬੰਦਾ ਉੱਠਦਾ ਹੈ ਫੈਮਿਲੀ ਦੇ ਨਾਲ ਹੁੰਦਾ ਹੈ ਨਾਸ਼ਤਾ ਨੁਸ਼ਤਾ ਕਰਦਾ ਹੈ ਤੇ ਉਹਨੇ ਮੈਨੂੰ ਕਿਹਾ ਕਿ ਮੈਂ ਆਪਣੇ ਆਫਿਸ 8:30 ਵਜੇ ਪਹੁੰਚ ਜਾਣਾ ਤੇ ਤੁਸੀਂ ਮੇਰੇ ਕੋਲ 9 ਵਜੇ ਤੱਕ ਆ ਜਾਓ ਹੁਣ I am also a morning person ਮੈਂ ਵੀ ਉੱਥੇ 8:50 ਤੇ ਪਹੁੰਚ ਗਿਆ ਤੇ ਮੈਂ ਜਦੋਂ ਉਹਨਾਂ ਦੇ ਰੂਮ ਤੇ ਐਂਟਰ ਕੀਤਾ the first thing which I did when I shook his hand and I sat there had a sip of tea with him I complimented him मैं उन्होंने बोला कि मैं कहा सर आपसे मिलके मुझे आज इतना बढ़िया लग रहा है आप यकीन जानिए कि मेरे को आज आपसे बहुत इंपॉर्टेंट लेसन सीखने को मिला जो मैं बड़ा मिस कर रहा था बहुत टाइम से कहते वो क्या मैंने कहा सर आप संडे को भी ऑफिस में वो भी टाइम पे मतलब मैंने नीचे सिक्योरिटी गार्ड से ही पूछा जब मैं लिफ्ट से आ रहा था ऊपर आपके पास तो वो भी कहते हैं सर 8:30 बजे आ गए थे तो मैं सर थोड़ा आपसे ना ये चीज़ समझना चाहता हूँ कि आप इतनी जल्दी ऑफिस में कैसे आ रहे हो कहते हैं एक बात मैं बोलूँ आपको इस बात का जवाब देने से पहले मैं कहा हाँ जी बोलो सर कहते हैं वैसे मुझे भी सरप्राइज हुआ था कि मैंने किसी को संडे को 9 बजे बुलाया है मैं तो पहुँच गया हूँ वो आएगा या नहीं आएगा तो कहते हैं मैं भी इस बात से बहुत खुश हूँ कि आप 8:50 पे यहाँ पे आ गए कहते हैं मुझे भी आपसे मिलकर बड़ी खुशी हुई तो कहते मुझे भी आपसे ये चीज समझनी है कि आप पंक्चुअल कैसे हो so look at the way the interaction is happening in a business meeting then he told me that I start my day every day at 8 o'clock in the morning मैं 8 बजे हाँ my working hours starts from 8 o'clock और सन्मीत जी मैं उस चीज ਨੂੰ ਨਾ ਉਸ ਮੀਟਿੰਗ ਚੋਂ ਮੈਨੂੰ ਕੁਝ ਮਿਲਿਆ ਨਹੀਂ ਮਿਲਿਆ that is secondary ਬਟ ਮੈਂ ਉੱਥੇ ਨਾ ਇਹ ਗੱਲ ਪੱਲੇ ਬੰਦ ਲਈ ਮੈਂ ਕਿਹਾ ਆਥਰ ਸ਼ੈਰੀ ਅੱਜ ਤੇ ਭਰਾਵਾ ਤੈਨੂੰ ਇਹ ਲਾਈਵ ਦਾ ਲੈਸਨ ਮਿਲ ਗਿਆ ਜੇ ਤੂੰ ਵੱਡਾ ਆਦਮੀ ਬਣਨਾ ਹੈ ਜੇ ਤੂੰ ਬਿਜ਼ਨਸਮੈਨ ਬਣਨਾ ਹੈ ਜੇ ਤੂੰ ਧੰਦਾ ਕਰਨਾ ਹੈ ਜੇ ਯੂ ਹੈਵ ਟੂ ਰੀਚ ਟੂ ਮੋਰ ਕਲਾਇੰਟਸ you have to transfer more people and you have to influence more people you got to reach office early
बिल्कुल You got to reach at office at 8 o'clock. नरेंद्र मोदी जी हमारे ऑनरेबल प्राइम मिनिस्टर हैं, उनके पास भी 24 घंटे हैं. You also have 24 hours. I also have 24 hours. किसी के पास 25 घंटे नहीं है. It is the way how you prioritize. मैं It's सिर्फ all about मैं prioritization. मैं प्रायोरिटाइजिंग कर दी थी. और उस तो बाद बाबा जी की इतनी मेहर रही, कृपा रही, शायद ही कोई एक दिन इस तरह लंघ गया होए ड्यू टू सम इमरजेंसी. अदरवाइज माय डे स्टार्ट्स एट 8 o'clock in the morning. Every single day in the morning at my office I am at 8 o'clock. Oh, great. and But and definitely. this is how I start my day. So ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਲੈਵਰੇਜ ਦਿੰਦੀ ਹੈ ਟੂ ਇੰਟਰੋਸਪੈਕਟ ਮਾਈ ਥਾਟਸ. ਮੇਰੇ ਫੋਲੋਅਪਸ ਹੁੰਦੇ ਨੇ ਕਲਾਇੰਟ ਦੇ, ਮੇਰੇ ਮੀਟਿੰਗਸ ਹੁੰਦੀਆਂ ਨੇ, ਮੇਰੇ ਕਨੈਕਸ਼ਨਸ ਹੁੰਦੇ ਨੇ, ਮੇਰੀ ਜਿਹੜੀ ਐਂਗੇਜਮੈਂਟਸ ਹੁੰਦੀ ਹੈ. ਆਈ ਐਮ ਵੈਰੀ ਪਾਰਟਿਕੂਲਰ ਅਬਾਊਟ ਮੈਨੇਜਿੰਗ ਮਾਈ ਟਾਈਮ ਦੇਅਰ. So now I can relate क्योंकि ਤੁਹਾਡੇ ਜਿਹੜੇ ਕਮਿਊਨਿਟੀਜ਼ ਤੇ ਜਾਂ ਜਿਹੜੇ 1-to-1 ਮੈਸੇजेस ਆਉਂਦੇ ਨੇ ਜਾਂ ਜੋ ਵੀ ਆਉਂਦੇ ਨੇ, I think that comes by 8:30 or 8:45 or so. शायद मतलब मैं भी लग रहा है करके, हाँ? Is it so? Actually I have one guy also who's managing everything in the back end. वो भी करता हैगा चीज़ां, मैं भी करता हैगा. But the point I'm trying to make here is कि if you can learn to start a little early, ਤੇ ਤੁਹਾਨੂੰ ਇੱਕ ਅੱਛਾ ਟਾਈਮ ਮਿਲ ਜਾਂਦਾ ਹੈ ਆਪਣੀ ਪਰਸਨਲ ਗਰੋਥ ਵਾਸਤੇ ਵੀ ਔਰ ਪ੍ਰੋਫੈਸ਼ਨਲ ਗਰੋਥ ਵਾਸਤੇ ਵੀ. ਬਿਲਕੁਲ ਸਹੀ ਕਹਿ ਰਹੇ ਹੋ. ਸੋ ਆਈ ਹੋਪ ਜਿਹੜਾ ਹੈ ਕਾਫੀ ਸਾਰੀ ਚੀਜ਼ਾਂ ਅਸੀਂ ਸਮਝੀਆਂ ਹੈਗੀਆਂ ਨੇ. ਸੋ ਇਫ ਯੂ ਹੈਵ ਐਨੀ ਕੁਐਸਚਨਸ ਡੂ ਲੈਟ ਅਸ ਨੋ. ਸੋ ਪਰ ਜਿਹੜਾ ਹੈ ਬਹੁਤ ਸ਼ੇਅਰੀ ਬਹੁਤ ਸਾਰੀਆਂ ਚੀਜ਼ਾਂ. ਵਨ ਥਿੰਗ ਇਜ਼ ਇੰਪੋਰਟੈਂਟ ਜਿਹੜੀ ਸਾਡੀ ਕਮਿਊਨੀਕੇਸ਼ਨ ਤੋਂ ਜਿਹੜਾ ਸਾਡੇ ਅਸੀਂ 15-20 ਮਿੰਟ ਆਪੇ ਨਾਲ ਗੱਲ ਕੀਤਾ ਹੈ ਉਹਦੇ ਤੋਂ ਇਹ ਆਇਆ ਕਿ ਜਿਹੜਾ ਪਬਲਿਕ ਸਪੀਕਿੰਗ ਇਟ ਇਜ਼ ਵੈਰੀ ਇੰਪੋਰਟੈਂਟ. ਆਈ ਟਰੂਲੀ ਅੰਡਰਸਟੈਂਡ ਔਰ ਡੈਫੀਨੇਟਲੀ ਅੱਜ ਤੋਂ ਬਾਅਦ ਜਿਹੜੀ ਸਾਡੀ ਆਡੀਅנס ਵੀ ਹੈ ਉਹਨੂੰ ਇਕੁਅਲੀ ਇੰਪੋਰਟੈਂਟ ਜਿਹੜਾ ਇੰਪੋਰਟੈਂਸ ਦੇਗੀ. ਔਰ ਜਿਨ੍ਹਾਂ ਲੋਕਾਂ ਨੂੰ ਐਵੇਂ ਲੱਗਦਾ ਕਿ ਉਹ ਨਹੀਂ ਬੋਲ ਸਕਦੇ ਨੇ ਜਾਂ ਉਸ ਲੈਵਲ ਤੇ ਪਬਲਿਕ ਸਪੀਕਿੰਗ ਤੇ ਕੰਮ ਨਹੀਂ ਕਰ ਰਹੇ, ਆਈ ਮਸਟ ਸੇ ਏਜ ਕੋਈ ਬਾਰ ਨਹੀਂ ਹੈ, ਮੇਲ ਫੀਮੇਲ ਕੋਈ ਬਾਰ ਨਹੀਂ ਹੈ, ਬਿਜ਼ਨਸ ਵਿੱਚ ਪ੍ਰੋਫੈਸ਼ਨ ਵਿੱਚ ਕੋਈ ਬਾਰ ਨਹੀਂ ਹੈ. ਦ ਪੁਆਇੰਟ ਇਜ਼ ਕਿ ਤੁਸੀਂ ਜਿਹੜਾ ਹੈ ਇਸ ਜਿਹੜਾ ਸਕਿੱਲ ਤੇ ਕੰਮ ਕਰਨਾ. ਸੈਕੰਡ ਥਿੰਗ ਜਿਹੜੀ ਲਰਨਿੰਗ ਅਸੀਂ ਅੱਜ ਦੇ ਆਟੋ ਸ਼ੇਅਰਿੰਗ ਜੀ ਤੋਂ ਲਿੱਤੀ ਹੈ ਇਸ ਪੋਡਕਾਸਟ ਤੋਂ, ਇਸ ਨੈਟਵਰਕਿੰਗ ਇਜ਼ ਵੈਰੀ ਇੰਪੋਰਟੈਂਟ. ਨੋ, ਨੈਟਵਰਕਿੰਗ ਇਜ਼ ਵੈਰੀ ਇੰਪੋਰਟੈਂਟ. ਪਲੀਜ਼ ਡਿਵੋਟ ਸਮ ਟਾਈਮ, ਵੈਲਿਊਏਬਲ ਟਾਈਮ ਇਨ ਡਿਵੋਟਿੰਗ. ਡੈਫੀਨੇਟਲੀ ਐਵੇਂ ਨਹੀਂ, ਜ਼ਰੂਰੀ ਨਹੀਂ ਹੋਏਗਾ ਕਿ ਅੱਜ ਹੀ ਤੁਹਾਨੂੰ ਜਿਹੜਾ ਹੈ ਕੁਝ ਫਰੂਟਸ ਮਿਲ ਰਹੇ ਨੇ ਕਰਕੇ, ਬਟ ਅੱਜ ਦਾ ਕੰਮ ਕੀਤਾ ਹੋਇਆ ਨੈਟਵਰਕਿੰਗ ਤੇ ਮੇ ਬੀ ਆਫਟਰ ਪਾਸਟ 3 months 6 months 1 year 2 years definitely you will gain lot of things, lot of results, lot of relationship out of that. And in third चीज ਜਿਹੜੀ ਚੀਜ਼ ਇੰਪੋਰਟੈਂਟ ਚੀਜ਼ ਹੈ, how do you manage your day? Beautifully said by author Sherry ਕਿ 24 ਘੰਟੇ ਸਭ ਕੋਲ ਹੁੰਦੇ ਨੇ. ਕਈ ਲੋਕ ਬੜਾ ਭੱਜ ਕੇ ਸਾਰੇ ਕੰਮ ਕਰ ਰਹੇ ਹੁੰਦੇ ਨੇ, ਕਈਆਂ ਦੇ ਕੰਮ ਅਧੂਰੇ ਹੁੰਦੇ ਨੇ, ਪੂਰੇ ਹੁੰਦੇ ਨੇ. ਬਟ ਜਿਹੜਾ ਹੈ ਅਗਰ ਸਾਨੂੰ ਪ੍ਰਾਇੋਰਟਾਈਜੇਸ਼ਨ, ਆਪਣੀ ਪੂਰੀ ਡੇ ਦੀ ਪ੍ਰਾਇੋਰਟਾਈਜੇਸ਼ਨ ਪਤਾ ਹੈ ਤੇ ਡੈਫੀਨੇਟਲੀ ਅਸੀਂ ਆਪਣੇ ਦਿਨ ਨੂੰ ਜਿਹੜਾ ਹੈ ਜੋ ਅਸੀਂ ਚਾਹੁੰਦੇ ਹਾਂ ਆਪਣੀ ਲਾਈਫ ਤੋਂ, ਉਹ ਸਾਰੀਆਂ ਚੀਜ਼ਾਂ ਤੇ ਈਦਰ ਇਟ ਇਜ਼ ਬਿਜ਼ਨਸ, प्रोफेशन, साढ़े स्किल्स है, कोई लर्निंग है, फैमिली है, पेरेंटिंग है, सब चीज़ों पे ਅਸੀਂ अच्छे तरीके ਜਿਹੜਾ ਹੈ ਸਮੇਂ ਦੇ ਸਕਦੇ ਹਾਂ. So it was great sir, it was great author Sherry ji to have you on a show. ਕੁਝ ਤੁਸੀਂ ਸ਼ੇਅਰ ਕਰਨਾ ਚਾਹੋਗੇ, ਕੁਝ ਟੂਲਿੰਗ ਜਿਹੜਾ ਹੈ, ਕੁਝ ਤੁਸੀਂ ਕੁਝ ਲਰਨਿੰਗ, ਕੁਝ ਹੋਰ ਟਿਪਸ ਦੇਣਾ ਚਾਹੋਗੇ ਸਾਡੀ ਆਡੀਅנס ਨੂੰ? नहीं, मैं बस यही कहना चाहूँगा कि if you want to become a world class speaker, the first thing you should keep in mind is the message you want to give. उसी message की देना चाहते हो. Always keep that in mind. The second thing you should always keep in mind is brevity. Be specific, because specific is always terrific. And thirdly, always have a clear structure of your talk. If you can follow these 3 suggestions, you can become a world class public speaker. ਬਿਲਕੁਲ ਜੀ ਬਿਲਕੁਲ. ਮੈਂ ਜਿਹੜਾ ਹੈ ਪਹਿਲੇ ਤੇ ਕੰਗ੍ਰੈਚੁਲੇਟ ਵੀ ਕਰਨਾ ਚਾਹਾਂਗੀ ਐਡਵਾਂਸ ਵਿੱਚ, ਬਿਕਾਜ਼ ਆਥਰ ਸ਼ੇਰੀ ਜੀ ਤੁਸੀਂ ਆਪਣੀ ਬੁੱਕ ਬਾਰੇ ਕੁਝ ਦੱਸਣਾ ਚਾਹੋਗੇ? ਸੋ ਦਿਸ ਇਜ਼ ਦ ਬੁੱਕ ਵਿਚ ਹੀ ਇਜ਼ ਲਾਂਚਿੰਗ ਔਨ 7th of September. So just I want to share, okay, just I want to share our audience with our audience. ਜਿਹੜਾ ਹੈ ਇਹਨਾਂ ਦੀ ਇੱਕ ਬੁੱਕ ਹੈ, ਆ ਰਹੀ ਹੈ, ਲਾਂਚ ਹੋ ਰਹੀ ਹੈ 7th of September ਨੂੰ. So I want everybody to see that book actually. Thank you very much. It's such a great honor to. Yes, I can see this. It is such an honor to have this official book cover launch here at WSCC Talks. I want to thank you personally for launching it here, and I also want to thank the entire team of World Sikh Chamber of Commerce and my brother Dr. Parmeet Singh Chadda, who always supports me in everywhere. So this book is about how you can become a TEDx speaker, how you can reach at the platform, and how you can become more
confident in your public speaking and storytelling delivery skills. So the TEDx Factor is a long-term project. मैं इस किताब ਨੂੰ पिछले 1.25 साल तो लिख ਰਿਹਾ ਹੈਗਾ because it took lot of time for me to gauge lot of things, understand different perspective of TEDx speakers and my own journey. So book ਲਿਖਣ ਵਾਸਤੇ ਵੀ ਆਪਣਾ ਟਾਈਮ ਕੱਢਣਾ ਪੈਂਦਾ ਹੈ, ਕਦੀ ਸਵੇਰੇ ਕਦੀ ਰਾਤੀ ਕਦੀ ਸ਼ਾਮੀ ਕਦੀ ਗੱਡੀ ਚਲਾਉਂਦੇ ਆਈਡੀਆ ਆਉਂਦਾ ਹੈ, ਕਦੀ ਨਹਾਉਣ ਵੇਲੇ ਆਈਡੀਆ ਆਉਂਦਾ ਹੈ, ਕਦੀ ਤੁਸੀਂ ਵਾਕ ਕਰ ਰਹੇ ਹੋ ਜਿਮ ਵਿੱਚ ਹੈਗੇ ਹੋ ਤਾਂ ਆਈਡੀਆ ਆਉਂਦਾ ਹੈਗਾ। ਉਹ ਸਾਰੇ ਆਈਡੀਆਜ਼ ਨੂੰ ਨੋਟ ਕਰਕੇ ਪੈਨ ਡਾਊਨ ਕਰਨਾ ਤੇ ਬੁੱਕ ਆਉਣ ਵਿੱਚ ਟਾਈਮ ਜ਼ਰੂਰ ਲੱਗਿਆ ਹੈ, ਬਟ ਬਿਲੀਵ ਯੂ ਮੀ ਇਫ ਯੂ ਵਿਲ ਗਿਵ ਯੋਰ ਪ੍ਰੈਸ਼ੀਅਸ ਟਾਈਮ ਫॉर ਦਿਸ ਬੁੱਕ, ਆਈ ਕਾਲ ਦਿਸ ਐਸ 에ਅਰਪੋਰਟ ਡਾਈਜੈਸਟ। ਤੁਸੀਂ 에ਅਰਪੋਰਟ ਦੀ ਫਲਾਈਟ ਅਗਰ 2-3 ਘੰਟੇ ਦੀ ਲੈ ਰਹੇ ਹੋ ਇਹ ਬੁੱਕ ਪੜ੍ਹ ਲਓ, ਲੌਂਜ ਵਿੱਚ ਬੈਠੇ ਹੋਏ ਘੰਟੇ ਵਾਸਤੇ ਫਲਾਈਟ ਦੀ ਵੇਟ ਕਰੋ ਤਾਂ ਇਹ ਬੁੱਕ ਪੜ੍ਹ ਲਓ, ਜੇ ਤੁਸੀਂ ਟਰੈਵਲ ਕਰ ਰਹੇ ਹੋ ਵਿਦ ਟ੍ਰੇਨ ਫॉर 3 to 4 hours of journey enjoying your meal, have this book read. I promise you it won't disappoint you, it will add a lot of value. So do check out the TEDx Factor. ਗੁਡ ਹੈ ਜੀ। ਸੋ ਮੇਰੀ ਆਡੀਅנס ਨੂੰ, ਸਾਡੀ ਜਿਹੜੀ ਇਹ ਆਡੀਅנס ਹੈ ਇਸ ਪੋਡਕਾਸਟ ਦੀ, ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ, suggest ਕਰਾਂਗੀ ਡੈਫੀਨਿਟਲੀ ਕਿ ਜਿਹੜੀ ਇਹ ਬੁੱਕ ਹੈ ਇਹ ਲਾਂਚ ਹੋ ਰਹੀ ਹੈ 7th of September ਨੂੰ। I hope that will be available online and offline post. Yes, it will be available on it will be available on Amazon, Kindle, Flipkart. So you can reach out to author Sherry also. He is there on the group and he is there on the WhatsApp committees also. So ਤੁਸੀਂ ਜਿਹੜਾ ਉਹਨਾਂ ਨੂੰ ਅਪਰੋਚ ਕਰ ਸਕਦੇ ਹੋ, ਉਹਨਾਂ ਦੀ ਟੀਮ ਨੂੰ ਅਪਰੋਚ ਕਰ ਸਕਦੇ ਹੋ, ਉਹਦੇ ਲਿੰਕ ਜਿਹੜੇ ਅਸੀਂ ਤੁਹਾਡੇ ਲੋਕਾਂ ਨੂੰ ਟਾਈਮ ਟੂ ਟਾਈਮ ਪ੍ਰੋਵਾਈਡ ਵੀ ਕਰਾ ਦਾਂਗੇ। So thank you author Sherry, it was really so inspiring and है ना वही चीज़ है to have you on this show। और आई होप ਜਿਹੜੀ ਆਡੀਅנס ਹੈ ਸਾਡੀ ਆਡੀਅנס ਨੇ ਬਹੁਤ ਸਾਰਾ ਕੁਝ ਸਿੱਖਿਆ ਹੋਏਗਾ। ਇਹ ਪੋਡਕਾਸਟ ਦਾ ਮਾਧਿਅਮ ਹੈ, ਪੋਡਕਾਸਟ ਵਿੱਚ ਜਿਹੜਾ ਹਰ ਹਸਤੀ ਨੂੰ, ਹਰ ਵੱਡੀ ਹਸਤੀ ਨੂੰ ਜਦ ਅਸੀਂ ਲਿਆਉਂਦੇ ਹਾਂ ਤੇ ਕੁਐਸਚਨ ਇਹ ਹੈ ਕਿ ਅੱਧੇ ਘੰਟੇ ਦਾ ਜਿਹੜਾ ਪੋਡਕਾਸਟ ਹੈ, ਯੂ ਨੈਵਰ ਨੋ ਕਿ ਤੁਸੀਂ ਲਾਈਵ ਅਟੈਂਡ ਕਰ ਪਾਉਂਦੇ ਹੋ, ਅਗਰ ਤੁਸੀਂ ਪਿੱਛੋਂ ਵੀ ਅਟੈਂਡ ਕਰ ਰਹੇ ਹੋ, ਮੇਬੀ ਡਰਾਈਵ ਕਰਦੇ ਹੋ, ਮੇਬੀ ਜਿਹੜਾ ਹੈ ਕਿਸੇ ਵੀ ਤਰੀਕੇ ਕਿਸੇ ਵੀ ਮੋਡੇ ਨੂੰ ਵੀਡੀਓ ਵਿੱਚ ਜਿਵੇਂ ਇਹਨਾਂ ਨੇ ਕਿਹਾ ਕਿ एयरपोर्ट पे या किसी भी तरीके नो, तो पॉइंट इज कि ਇਹ ਵਾਲੀ ਜਿਹੜੀ ਲਰਨਿੰਗਸ ਹੁੰਦੀ ਹੈ ਨਾ, ਇਟਸ ਨਾਟ ਬੁਕਿਸ਼। ਇਹ ਵਾਲੀਆਂ ਚੀਜ਼ਾਂ ਇੱਕ ਬੰਦੇ ਦੇ 10 ਸਾਲ 20 ਸਾਲ 30 ਸਾਲ ਦੇ ਐਕਸਪੀਰੀਅੰਸ ਤੋਂ ਚੀਜ਼ਾਂ ਨਿਕਲ ਕੇ ਆਉਂਦੀਆਂ ਜਿਹੜੇ ਵੀ ਸਾਡੇ ਸਪੀਕਰ ਜਿਹੜੇ ਸ਼ੇਅਰ ਕਰਦੇ ਨੇ। ਸੋ ਮਸਟ ਜਿਹੜਾ ਹੈ attend this thing and watch this show and definitely over a period of time ਤੁਸੀਂ ਦੇਖੋਗੇ as a personal ਤੁਹਾਡੇ ਜਿਹੜੇ ਸਕਿੱਲਸ ਹੈਗੇ ਨੇ ਜਾਂ ਤੁਹਾਡੀ ਜਿਹੜੀ ਗਰੂਮਿੰਗ ਹੈ ਉਹ ਬਹੁਤ ਕੁਝ ਹੋਈ, ਬਿਕੋਜ਼ ਹਰ ਕਹਿੰਦੇ ਨਾ ਹਰ ਇੱਕ ਨਿਸ਼ ਤੋਂ ਅਸੀਂ ਜਿਹੜਾ ਹੈ ਬਹੁਤ ਵਧੀਆ ਸਪੀਕਰ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਐਂਡ ਇਟ ਰੀਅਲੀ ਟੇਕਸ ਟਾਈਮ to do that thing. So I think we must acknowledge this podcast also. We must acknowledge Ajit Singh Chadha ji also and WSCC also for this initiative. So author Sherry ji, thank you so much. Thank you. It was a pleasure talking to you, Sanmi ji, and thank you World Sikh Chamber of Commerce. Keep providing this wonderful platform, and Sanmi ji, you are outstanding. Thank you for asking those questions. I know for a fact that you were asking me to questions bhejo pehla, but I was always very particular. Keep it natural so that let the information come out naturally from me. And I think today's conversation will help a lot of people understand about their life, different perspectives. And you have really nicely touched upon networking, branding, speaking, communication, and about my life also. I'm very grateful to you. Good day, sir. Thank you. Thank you very much. Sat Sri Akal. Thank you.